स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल सीनियर जर्नलिस्ट रजीव भास्कर जी और इंद्रप्रीत जी दोनों जी आए। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਚੋਣ ਨਤੀਜਿਆਂ ਦੀ ਗਰਮਾਹਟ ਦੇ ਨਾਲ ਕੁਝ ਹੋਰ ਖਬਰਾਂ ਨਾਲ ਤੁਹਾਡੀ ਸਾਂਝ ਪਾਉਂਦੇ ਆ। ਵੈਸੇ ਤਾਂ ਸਵੇਰੇ ਸਾਰੇ ਲੀਡਰ ਦਹੀਂ ਖਾ ਕੇ ਗੁਰੂ ਘਰਾਂ 'ਚ ਮੱਥੇ ਟੇਕ ਕੇ ਤੁਰ ਚੁੱਕੇ ਨੇ, ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਅੱਜ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਹੋਊਗੀ। ਕੀ ਬੀਜੇਪੀ ਫਰੰਟ ਫੁੱਟ ਤੇ ਆਏਗੀ ਜਾਂ ਅਕਾਲੀ ਦਲ? ਕੀ ਬੀਜੇਪੀ ਦੇ ਵਿੱਚ ਜਾਣ ਵਾਲੇ ਸਿੱਖ ਲੀਡਰਾਂ ਦੀ ਤਾਦਾਦ ਜ਼ਿਆਦਾ ਵੱਡੀ ਹੋ ਜਾਊਗੀ ਜਾਂ ਸੁਖਬੀਰ ਸਿੰਘ ਬਾਦਲ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸੀਨ ਤੇ ਪੇਸ਼ ਹੋਣਗੇ? ਇਹ ਵੀ ਫੈਸਲੇ ਅੱਜ ਹੋਣੇ ਆ। ਆਮ ਆਦਮੀ ਪਾਰਟੀ ਨੇ ਮਟਕ ਨਾਲ ਤੁਰਨਾ ਹੈ ਕਿ ਰਿੰਗਣਾ ਹੈ, ਇਹਦਾ ਵੀ ਫੈਸਲਾ ਹੋਊਗਾ। ਕਾਂਗਰਸੀਆਂ ਲਈ ਇਸ ਵੇਲੇ ਕੋਈ ਨੈਰੇਟਿਵ ਸੈੱਟ ਹੋਣ ਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਕਾਂਗਰਸ ਕਰਨਾਟਕ 'ਚ ਕਿਵੇਂ ਕਰਦੀ ਆ, ਉਹਦਾ ਹੋਸ਼ੋ ਹਲਾਸ ਇੱਥੇ ਨਜ਼ਰ ਆਊਗਾ। ਇਹ ਸਾਰੇ ਮਾਮਲੇ ਤਾਂ ਰਹਿਣਗੇ। ਆਪਾਂ ਚੱਲਾਂਗੇ ਸਭ ਤੋਂ ਪਹਿਲਾਂ ਕੱਲ ਲੰਘੇ ਦਿਨ 3 ਮਾਮਲੇ ਕੋਰਟਾਂ ਦੇ ਨੇ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਪਟੀਸ਼ਨ ਦੇ ਉੱਤੇ ਸੁਣਵਾਈ ਹੁੰਦੀ ਆ ਕਿ ਸਾਲਾਂ ਦੇ ਸਾਲ ਲੰਘ ਗਏ, 11 ਤੋਂ ਬਾਅਦ ਇਲੈਕਸ਼ਨ ਨਹੀਂ ਹੋਈ। ਪਹਿਲੀ ਗੱਲ ਤਾਂ 16 ਦੇ ਵਿੱਚ ਟੈਨਿਓਰ ਪੂਰਾ ਹੁੰਦਾ ਸੀ, ਤੇ ਜੇ ਕੋਰਟ ਕੇਸ ਦਾ ਜਿਹੜਾ ਸੁਪਰੀਮ ਕੋਰਟ ਸੀ ਉਹਦਾ ਮਾਮਲਾ ਦੇਖ ਲਈਏ ਤਾਂ ਉਹ ਵਿਅਕਤੀ ਜਿਹੜੇ ਚੁਣੇ ਗਏ ਆ ਉਹਨਾਂ ਨੂੰ 16 ਤੋਂ ਬਾਅਦ 5 ਸਾਲ ਵੀ ਮਿਲ ਜਾਣ ਤੇ 21 ਚ ਇਹਦੀ ਸਮਾਂ ਸੀਮਾ ਖਤਮ ਹੋ ਜਾਂਦੀ ਸੀ। ਇਲੈਕਸ਼ਨ ਕਿਉਂ ਨਹੀਂ ਹੋ ਰਹੀ? ਇਹਦੇ ਵਿੱਚ ਸਰਕਾਰਾਂ ਨੇ ਕਿਹੜਾ ਪੱਖ ਪੇਸ਼ ਕੀਤਾ? ਕਿਉਂਕਿ ਕੇਂਦਰ ਵੱਲੋਂ ਸੱਤਿਆਪਾਲ ਜੈਨ ਪੇਸ਼ ਹੁੰਦੇ ਆ, ਸਟੇਟ ਵੱਲੋਂ ਵਕੀਲ ਵੀ ਪੇਸ਼ ਹੁੰਦੇ ਆ ਕਿ ਆਖਰ ਇਲੈਕਸ਼ਨ ਕਦੋਂ ਹੋਊਗੀ। ਇਹ ਸਵਾਲ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ। ਦੂਜਾ ਸਵਾਲ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਅਹਿਮ ਆ ਔਰ ਉਹਦੇ ਵਿੱਚ ਗਹਿ ਗੱਚ ਬਹਿਸ ਹੁੰਦੀ ਆ। ਸਿੱਧੂ ਦੇ ਵਕੀਲ ਮੁੱਖ ਮੰਤਰੀ ਦੇ ਘਰ ਤੱਕ, ਉਹਦੇ ਪਰਿਵਾਰਕ ਮੈਂਬਰਾਂ ਤੱਕ ਜਾ ਪਹੁੰਚਦੇ ਆ ਔਰ ਸਿੱਧੂ ਦੇ ਸਬੰਧ ਵਿੱਚ ਕੇਂਦਰ ਵੱਲੋਂ ਕੋਈ ਥ੍ਰੈਟ ਨਾ ਹੋਣ ਦਾ ਜ਼ਿਕਰ ਹੋਇਆ ਤੇ ਕਿਵੇਂ ਹੋਇਆ, ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ। ਤੀਜਾ ਮਾਮਲਾ, ਇੱਕ ਜ਼ਿਲ੍ਹਾ ਅਦਾਲਤ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਅਗਾਊਂ ਜ਼ਮਾਨਤ ਮਿਲਦੀ ਹੈ। ਗੱਲ ਇੱਥੇ ਨਹੀਂ ਮੁੱਕਦੀ। ਖਹਿਰਾ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਪੱਤਰ ਲਿਖਦੇ ਆ ਕਿ ਇਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਪੁਲਿਸ ਵਾਲੇ ਸਰਕਾਰ ਦੀ ਸ਼ਹਿ ਤੇ ਮੈਨੂੰ ਇਹਨਾਂ ਦੇ ਖਿਲਾਫ ਮੁਕੱਦਮਾ ਅੱਗੇ ਦਾਇਰ ਕਰਨ ਦੀ ਆਗਿਆ ਦਿਓ। ਇਹ ਸਵਾਲ ਕਾਫੀ ਵੱਡਾ ਹੈ। ਦਿੱਲੀ ਦੇ ਵਿੱਚ ਜਿਸ ਅਫਸਰ ਦਾ ਤਬਾਦਲਾ ਕੇਜਰੀਵਾਲ ਸਾਹਿਬ ਨੇ ਕੀਤਾ ਸੀ, ਉਹਨੇ ਪਾਇਆ ਮੋਢੇ ਤੇ ਬਸਤਾ। ਆਰਡਰ ਰਿਸੀਵ ਕਰਨ ਜਾਂ ਚਾਰਜ ਦੇਣ ਤੋਂ ਪਹਿਲਾਂ ਹੀ ਉਹ ਨਿਕਲ ਗਿਆ। ਹੁਣ ਕੋਰਟ ਦੇ ਵਿੱਚ ਸੁਣਵਾਈ ਲਈ ਸਮਾਂ ਸੀਮਾ ਤੈਅ ਹੋ ਗਈ ਹੈ। ਭਾਸਕਰ ਸਾਹਿਬ ਤੁਹਾਡੀ ਸਾਂਝ ਇੱਕ ਨੁਕਤੇ ਨਾਲ ਪਵਾਉਣਗੇ ਕਿ ਜਦੋਂ ਤਬਾਦਲਾ ਹੋਇਆ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਤੇ ਕੋਰਟ 'ਚ ਕਿਉਂ ਜਾਣਾ ਪੈ ਗਿਆ ਇਹਨਾਂ ਨੂੰ। ਨਵਾਂ ਜੇਲ੍ਹ ਲਾ, ਨਵਾਂ ਕਾਨੂੰਨ, ਪਹਿਲੇ ਤਾਂ ਕਲੋਨੀਅਲ ਕਹਿੰਦੇ ਪੁਰਾਣੇ ਦੌਰ ਦੇ ਅੰਗਰੇਜ਼ਾਂ ਦੇ ਵੇਲੇ ਦੇ ਆ, ਇੰਨਾ ਨਹੀਂ ਕਹਿਤਾ ਵੀ ਮੁਗਲਾਂ ਦੇ ਆ, ਚਲੋ ਅੰਗਰੇਜ਼ਾਂ ਦੇ ਕਾਲ ਦੇ ਕਾਨੂੰਨ ਬਣੇ ਆ, ਨਵਾਂ ਲਿਆਉਣ ਲੱਗੇ ਆ। ਇੰਦਰਪ੍ਰੀਤ ਜੀ ਦੱਸ ਦੇਣਗੇ ਤੁਹਾਨੂੰ ਕਿ ਨਵਾਂ ਕਾਨੂੰਨ ਕੀ ਆ, ਪੁਰਾਣੇ ਨਾਲੋਂ ਵੱਖਰਾ ਕਿਵੇਂ ਆ। ਅਟਾਰੀ ਚੈੱਕ ਪੋਸਟ ਉੱਤੇ 5 ਕਿਲੋ ਤੋਂ ਵੱਧ ਹੈਰੋਇਨ ਫੜੀ ਜਾਂਦੀ, ਇਹ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਲਿਆਂਦੀ ਗਈ ਉਹ ਕਾਫੀ ਅਹਿਮ ਆ, ਦਿਲਚਸਪ ਵੀ ਆ ਤੇ ਇਹਦੇ ਵਿੱਚ ਰੌਚਕਤਾ ਹੋਰ ਵੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ। ਕੱਲ ਮੁੱਖ ਮੰਤਰੀ ਸਾਹਿਬ ਨੇ ਗ੍ਰੀਨ ਸਟੈਂਪ ਪੇਪਰ ਜਾਰੀ ਕਰਤੇ ਆ। ਖੈਰ, ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਹੈ ਕਿ ਨਹੀਂ ਹੋ ਰਹੀ? ਕੱਲ ਦੀ ਸੁਣਵਾਈ ਤੋਂ ਬਾਅਦ ਸਾਂਝ ਪਵਾਓ, ਗੱਲ ਦੱਸੋ ਸਾਨੂੰ। ਰੰਧਾਵਾ ਸਾਹਿਬ, ਸ਼੍ਰੋਮਣੀ ਕਮੇਟੀ ਦੀ ਚੋਣ ਤਾਂ ਤੁਸੀਂ ਖੁਦ ਹੀ ਵੈਸੇ ਕਾਫੀ ਡਿਟੇਲ 'ਚ ਦੱਸ ਹੀ ਦਿੱਤਾ ਕਿ ਲਗਭਗ 12 ਸਾਲ ਹੋ ਗਏ ਹੈ ਅਜੇ ਤੱਕ ਮਤਲਬ ਇਹ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਪਹਿਲਾਂ ਜਿਹੜਾ ਹੈਗਾ 2011 'ਚ ਜਦੋਂ ਹੋਈ ਸੀ, ਉਦੋਂ ਜਿਹੜਾ ਸਹਿਜਧਾਰੀ ਤੇ ਅੰਮ੍ਰਿਤਧਾਰੀਆਂ ਦਾ ਮੁੱਦਾ ਸੀ ਉਹਨੂੰ ਲੈ ਕੇ ਕਾਫੀ ਲੰਬਾ ਸਮਾਂ ਅਦਾਲਤੀ ਲੜਾਈ ਲੜਦੇ ਰਹੇ ਔਰ 5 ਸਾਲ ਜਦੋਂ ਅਦਾਲਤੀ ਲੜਾਈ ਤੋਂ ਬਾਅਦ ਇਹ ਫੈਸਲਾ ਵੀ ਹੋ ਗਿਆ ਤੇ ਨਵਾਂ ਬੋਰਡ ਵੀ ਕਾਇਮ ਹੋ ਗਿਆ, ਉਸ ਤੋਂ ਬਾਅਦ ਵੀ 5 ਸਾਲ ਫੇਰ ਬੀਤ ਗਿਆ, ਯਾਨੀ ਉਸ ਤੋਂ ਬਾਅਦ 2 ਸਾਲ ਹੋਰ ਵੀ ਬੀਤ ਗਏ। 21 ਜੋ ਖਤਮ ਹੋ ਜਾਣਾ ਚਾਹੀਦਾ ਸੀ, 2 ਹੋਰ ਗਏ। ਪਿਛਲੇ ਟਾਈਮ 'ਚ ਜਦੋਂ ਜਸਟਿਸ ਸਾਰੋ ਨੂੰ SS ਸਾਰੋ ਜਿਹੜੇ ਹੈਗੇ ਆ ਉਹਨਾਂ ਨੂੰ ਕਮਿਸ਼ਨ ਦਾ ਚੇਅਰਮੈਨ ਲਗਾਇਆ ਸੀ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਚੇਅਰਮੈਨ ਲਗਾਇਆ ਸੀ, ਤਾਂ ਉਦੋਂ ਇਹ ਗੱਲ ਆ ਗਈ ਸੀ ਸਾਹਮਣੇ ਕਿ ਸ਼ਾਇਦ ਮਤਲਬ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਇਲੈਕਸ਼ਨ ਕਰਵਾਉਣ ਦੇ ਰੌਹ ਦੇ ਵਿੱਚ ਹੈ। ਪਰ ਨਾ ਤਾਂ ਹਜੇ ਤੱਕ ਸਟੇਟਾਂ ਨੇ ਆਪਣੇ ਸਟੇਟ ਇਲੈਕਸ਼ਨ ਕਮਿਸ਼ਨ ਨਿਯੁਕਤ ਕੀਤੇ ਨੇ। ਉਹ ਵੈਸੇ ਤਾਂ ਨਿਯੁਕਤੀ ਕੁਝ ਨਹੀਂ ਹੁੰਦੀ, ਜਸਟ ਇੱਕ ਆਰਡਰਸ ਹੀ ਹੁੰਦੇ ਆ ਤੇ ਉਹਨਾਂ ਨਾਲ ਕੁਝ ਸਟਾਫ ਲਗਾਉਣਾ ਹੁੰਦਾ ਜਦੋਂ ਇਲੈਕਸ਼ਨ ਸ਼ੁਰੂ ਹੁੰਦਾ ਹੈ।
ਤਾਂ ਤੁਹਾਨੂੰ ਯਾਦ ਹੋਊਗਾ ਕਿ ਪਿੱਛੇ ਜਸਟਿਸ ਸਾਰੋ ਨੇ ਸਾਰੇ ਡੀਸੀਜ਼ ਨੂੰ, ਸਾਰੀਆਂ ਸਟੇਟਾਂ ਨੂੰ ਇਹ ਵੀ ਕਿਹਾ ਸੀ ਵੀ ਵੋਟਰ ਲਿਸਟਾਂ ਜਿਹੜੀਆਂ ਨੇ ਤਿਆਰ ਕਰੋ। ਤਾਂ ਵੀ ਫਿਰ ਇੱਕ ਵਾਰੀ ਦੁਬਾਰਾ ਇਹ ਚੱਲੀ ਸੀ ਗੱਲ ਕਿ ਸ਼ਾਇਦ ਇਹ ਸ਼ੁਰੂ ਹੋ ਜੇ, ਪਰ ਕਿਸੇ ਵੀ ਸਰਕਾਰ ਨੇ ਇਹਦੇ ਉੱਤੇ, ਜਿਹੜੀ ਸਟੇਟ ਗਵਰਨਮੈਂਟਾਂ ਨੇ ਇਸ ਆਰਡਰ ਤੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਦੇਖੋ ਫਾਈਨਲ ਜਿਹੜੀ ਕਾਲ ਹੈ ਉਹ ਗਵਰਨਮੈਂਟ ਆਫ ਇੰਡੀਆ ਨੇ ਹੀ ਲੈਣੀ ਹੈ। ਤੇ ਹੁਣ ਕੋਰਟਾਂ 'ਚ ਵੀ ਇਸੇ ਕਰਕੇ ਮਸਲੇ ਜਾ ਰਹੇ ਨੇ ਕਿ ਉਹ ਫਾਈਨਲ ਕਾਲ ਲਿੱਤੀ ਕਿਉਂ ਨਹੀਂ ਜਾ ਰਹੀ। ਇਹ ਬਾਰ-ਬਾਰ ਐਕਟ ਦੇ ਵਿੱਚ ਜਦੋਂ ਕਲੀਅਰ ਕੱਟ ਲਿਖਿਆ ਹੋਇਆ ਹੈ ਕਿ 5 ਸਾਲ ਬਾਅਦ ਇਲੈਕਸ਼ਨ ਹੋਣੇ ਨੇ, ਤਾਂ ਬਾਰ-ਬਾਰ ਡਿਲੇ ਕਿਉਂ ਹੁੰਦੀਆਂ ਨੇ। ਇਹ ਜਿਹੜੇ 2011 ਚ ਵੀ ਜਿਹੜੇ ਇਲੈਕਸ਼ਨ ਹੋਏ ਸੀ, ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੈ ਬਹੁਤ ਲੰਬੇ ਟਾਈਮ ਬਾਅਦ 2003 ਜਾਂ 4 ਦੇ ਵਿੱਚ ਇਲੈਕਸ਼ਨ ਹੋਏ ਸੀ, ਫਿਰ ਜਾ ਕੇ 11 ਚ ਹੋਈ ਸੀ। ਮਤਲਬ ਉਦੋਂ ਵੀ ਇਸ ਤਰ੍ਹਾਂ ਦੀ ਡਿਲੇ, ਫਿਰ ਹੁਣ ਫਿਰ 12 ਸਾਲ ਦੀ ਡਿਲੇ। ਯਾਨੀ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ SGPC ਜਿਹੜੀ ਹੈਗੀ ਹੈ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਔਰ ਭਾਰਤੀ ਸੰਵਿਧਾਨ ਦੇ ਵਿੱਚ ਉਹ ਐਕਟ ਬਣਾ ਕੇ ਪ੍ਰੋਪਰ ਉਹਦਾ ਸਾਰਾ ਤਾਮ-ਝਾਮ ਰੱਖਿਆ ਹੋਇਆ। ਲੇਕਿਨ ਜਦੋਂ ਅਸੀਂ ਇਸ ਗੱਲ ਤੇ ਆਨੇ ਵੀ ਇਲੈਕਸ਼ਨ ਕਰਾਣਾ ਟਾਈਮ ਸਿਰ, ਉਦੋਂ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਪੋਲੀਟੀਕਲ ਮੁਫਾਦ ਦੇਖਣ ਲੱਗ ਜਾਂਦੀਆਂ ਨੇ, ਜਿਹਦੇ ਕਰਕੇ ਇਹ ਇਲੈਕਸ਼ਨ ਨਹੀਂ ਹੋ ਰਹੀਆਂ ਤੇ ਲੋਕਾਂ ਨੂੰ ਕੋਰਟ 'ਚ ਜਾਣਾ ਪੈ ਰਿਹਾ। ਮੈਨੂੰ ਲੱਗਦਾ ਕਿ ਇੱਥੇ ਇਹਦਾ ਸੋਲੂਸ਼ਨ ਉਹ ਤਾਂ ਕੋਰਟਾਂ 'ਚ ਤਾਂ ਚਲੋ ਹੈ, ਲੇਕਿਨ ਉਸ ਤੋਂ ਵੱਡਾ ਸੋਲੂਸ਼ਨ ਪੋਲੀਟੀਕਲ ਹੈ। ਪੋਲੀਟੀਕਲ ਧਿਰ ਨੂੰ ਹੀ ਗਵਰਨਮੈਂਟ ਆਫ ਇੰਡੀਆ ਤੱਕ ਪਹੁੰਚ ਕਰਨੀ ਚਾਹੀਦੀ ਹੈ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕੋਈ ਹੋਰ ਪਾਰਟੀਆਂ ਹੋਣ, ਜਿਹੜੀਆਂ ਵੀ ਲੜਨ ਦੀਆਂ ਇੱਛੁਕ ਨੇ, ਉਹ ਦਬਾਓ ਉੱਥੇ ਬਣਨ ਕਿ ਉਹ ਇਲੈਕਸ਼ਨ ਦੀ ਤਿਆਰੀ ਆਲ ਕਾਲ ਦੇਣ ਕਿ ਬਈ ਠੀਕ ਹੈ ਅਸੀਂ ਇਲੈਕਸ਼ਨ ਕਰਾਉਣ ਲਈ ਤਿਆਰ ਆ। ਤਾਂ ਹੁਣ ਹਰਿਆਣਾ ਤਾਂ ਪਹਿਲਾਂ ਹੀ ਅਲੱਗ ਹੋ ਗਿਆ, ਤਾਂ ਹੁਣ ਤਾਂ ਵੈਸੇ ਹੀ ਹੋਰ ਇਲੈਕਸ਼ਨ ਛੋਟੀ ਹੋ ਗਈ ਹੈ। ਸਿਰਫ ਪੰਜਾਬ ਤੇ ਹਿਮਾਚਲ ਤੇ ਇੱਕ ਸੀਟ UT ਦੀ ਹੈ, ਹੁਣ 2-3 ਸਟੇਟਾਂ ਰਹਿ ਗਈਆਂ ਨੇ। ਮੈਨੂੰ ਲੱਗਦਾ ਕਿ ਇਸ ਤੇ ਧਿਆਨ ਦੇਣਾ ਚਾਹੀਦਾ ਹੈ, ਜ਼ਿਆਦਾ ਡਿਲੇ ਨਹੀਂ ਕਰਨੀ ਚਾਹੀਦੀ, ਡਿਲੇ ਨਾਲ ਕੰਮ ਖਰਾਬ ਹੋ ਰਿਹਾ ਹੈ। ਸਵਾਲ ਤਾਂ ਇਹ ਵੀ ਹੈ ਕਿ ਜਦੋਂ ਪਾਰਲੀਮੈਂਟ ਦੀ ਚੋਣ ਹੋਣੀ ਹੁੰਦੀ ਹੈ ਜਾਂ ਵਿਧਾਨ ਸਭਾ ਦੀ ਚੋਣ ਹੁੰਦੀ ਹੈ, ਉਦੋਂ ਤੇ ਕੋਈ ਨਹੀਂ ਦੇਖਦਾ ਕਿ 6 ਮਹੀਨੇ ਹੋਰ ਅੱਗੇ ਕਰ ਲਓ ਤਾਂ ਕਿ ਫਾਇਦਾ ਕਿਸੇ ਨੂੰ ਦਿੱਤਾ ਜਾ ਸਕੇ, ਜਾਂ ਜੇ ਮੈਂ ਜਿੱਤਦਾ ਨਹੀਂ ਤੇ ਮੈਂ ਗਾਂਹ ਕਰ ਲਾਂ, ਕਿਉਂਕਿ ਸੰਵਿਧਾਨਕ ਸੰਕਟ ਕ੍ਰੀਏਟ ਹੋ ਜਾਂਦੇ ਆ। ਸਾਡੀਆਂ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਦਾ ਇਹ ਜ਼ਿੰਮਾ ਬਣਦਾ ਹੈ ਕਿ ਉਹ ਸਮੇਂ ਸਿਰ ਇਹਨਾਂ ਚੋਣਾਂ ਨੂੰ ਕਰਾਉਣ। ਲੇਕਿਨ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਲੈ ਕੇ ਤੁਸੀਂ ਹਮੇਸ਼ਾ ਦਾ ਪੇਚ ਖੇਡਦੇ ਹੋ। ਕੋਈ ਧਿਰ ਜਿਹਨੂੰ ਵਾਰਾ ਨਹੀਂ ਖਾ ਰਿਹਾ ਹੁੰਦਾ ਵੀ ਅਸੀਂ ਜਿੱਤਾਂਗੇ ਨਹੀਂ ਜਿੱਤਾਂਗੇ, ਉਹ ਜਾ ਕੇ ਕੋਰਟ 'ਚ ਕੇਸ ਪਾ ਦਿੰਦੀ ਹੈ। ਉਹਦੇ ਨਾਲ ਰੁਕਾਵਟ ਕਿਉਂ ਲੱਗੇ? ਕੋਰਟਾਂ ਨੂੰ ਵੀ ਚਾਹੀਦਾ ਕਿ ਉਹ ਤੁਰੰਤ ਰੋਕ ਲਾਉਣ ਤੋਂ ਮਨਾ ਕਰਨ, ਇਲੈਕਸ਼ਨ ਸਮੇਂ ਸਿਰ ਹੋਵੇ। ਇਲੈਕਸ਼ਨ ਸਮੇਂ ਸਿਰ ਹੋਵੇ, ਜਿਹੜੀ ਕੋਈ ਹਰਡਲ ਆ ਉਹਨੂੰ ਉੱਤੇ ਸੁਣਵਾਈ ਹੁੰਦੀ ਰਹੇ। ਜੇ ਕੋਈ ਪੱਖ ਦੁਬਾਰਾ ਚਰਚਾ 'ਚ ਆ ਜਾਏ ਤੇ ਉਹਦੇ ਉੱਤੇ ਫੈਸਲਾ ਦਿੱਤੇ ਜਾ ਸਕਦੇ। ਮੈਂ ਫਿਰ ਕਹਿਣਾ ਕਿ ਜੇ ਪਾਰਲੀਮੈਂਟ ਦੀਆਂ ਚੋਣਾਂ ਕਦੇ ਡਿਲੇ ਨਹੀਂ ਹੋਈਆਂ ਇਹ ਸੋਚ ਕੇ ਕਿ ਸਾਨੂੰ ਫਾਇਦਾ ਕਿ ਨੁਕਸਾਨ, ਜੇ ਅਸੈਂਬਲੀ ਦੀਆਂ ਚੋਣਾਂ ਕਦੇ ਡਿਲੇ ਨਹੀਂ ਹੋਈਆਂ ਕਿ ਫਲਾਣੀ ਧਿਰ ਨੂੰ ਨੁਕਸਾਨ ਤੇ ਫਲਾਣੀ ਨੂੰ ਫਾਇਦਾ, ਤੇ ਸ਼੍ਰੋਮਣੀ ਕਮੇਟੀ ਚੋਣ ਡਿਲੇ ਕਿਉਂ ਹੋਵੇ? ਕਿਉਂਕਿ ਇਹ ਵੀ ਸੰਵਿਧਾਨ ਦੇ ਦਾਇਰਿਆਂ 'ਚ ਹੀ ਆ ਸੰਸਥਾ, ਐਕਟ ਅਧੀਨ ਹੋਂਦ ਵਿੱਚ ਆਈ ਆ। ਭਾਸਕਰ ਸਾਹਿਬ ਅੱਗੇ ਚੱਲੀਏ, ਆਪਾਂ ਬਹੁਤ ਕਾਹਲੀ 'ਚ ਜਾਣਾ, ਅੱਜ ਆਪਾਂ ਲੋਕਾਂ ਕੋਲ ਫੁਰਸਤ ਹੈ ਨਹੀਂ। 12 ਵਜੇ ਤੱਕ ਚੋਣ ਨਤੀਜਿਆਂ ਦੇ ਦਿਵਾਲੇ ਆਪਾਂ ਬਹਿ ਰਹਿਣਾ ਏਦਾਂ ਕਰਕੇ ਵੀ ਹਾਂਜੀ ਹੁਣ ਕੀ ਹੁੰਦਾ, ਜਲੰਧਰ ਕਿਹਦੇ ਜਿੰਮੇ ਆਉਂਦਾ। ਤੁਹਾਡਾ ਤੇ ਬਹੁਤਾ ਧਿਆਨ ਹੁਣ ਵੀ ਉੱਥੇ ਹੀ ਲੱਗਿਆ ਹੋਣਾ। ਖੈਰ ਭਾਸਕਰ ਸਾਹਿਬ, ਮੈਨੂੰ ਇਹ ਜ਼ਰੂਰ ਦੱਸੋ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜੀ ਸੁਣਵਾਈ ਕੱਲ ਹੋਈ ਆ, ਉਹਦੇ ਵਿੱਚ ਰੌਚਕਤਾ ਕੀ ਹੈ? ਰੌਚਕਤਾ ਐਵੇਂ ਕਿ ਜਦ ਇਸ ਸੁਣਵਾਈ ਦੇ ਵਿੱਚ ਜੱਜ ਸਾਹਿਬ ਬੈਠਦੇ ਨੇ ਤੇ ਪੁੱਛਦੇ ਨੇ, ਸਰਕਾਰ ਦਾ ਉਹ ਜਵਾਬ ਜਿਹੜਾ ਬੰਦ ਲਿਫਾਫੇ ਦੇ ਵਿੱਚ ਦਿੱਤਾ ਜਾਂਦਾ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ 2 ਹਫ਼ਤੇ ਦਾ ਟਾਈਮ ਦਿਓ, ਕਿਉਂਕਿ ਕੇਂਦਰ ਤੋਂ ਇਨਪੁਟ Z+ ਸਿਕਿਉਰਿਟੀ ਨੂੰ ਰਿਡਿਊਸ ਕਰਨ ਦੇ ਬਾਰੇ ਜਾਂ ਉਹਨਾਂ ਨੂੰ ਦੇਣ ਵਾਸਤੇ ਸਿੱਧੂ ਨੂੰ, ਉਹ ਹਜੇ ਤੱਕ ਆਈ ਨਹੀਂ। ਅਸੀਂ ਉਹਦੀ ਵੇਟ ਕਰ ਰਹੇ ਹਾਂ। ਤੇ ਜੱਜ ਸਾਹਿਬ ਕਹਿੰਦੇ 2 ਹਫ਼ਤੇ ਨਹੀਂ, ਤੁਹਾਨੂੰ ਵੱਧ ਤੋਂ ਵੱਧ ਕੁਝ ਦਿਨ ਦਿੱਤੇ ਜਾਂਦੇ ਨੇ, ਤੇ ਮਈ 18 ਨੂੰ ਪੂਰੀ ਪ੍ਰੋਪਰ ਸੈਂਟਰ ਤੋਂ ਇਨਪੁਟ ਜਾਂ ਕੋਈ ਜਵਾਬ ਉਹ ਦਿਓ। ਸਿੱਧੂ ਉਹਨਾਂ ਦੇ ਵਕੀਲ ਵੀ ਇੱਕ ਆਵਾਜ਼ ਉਠਾਉਂਦੇ ਨੇ ਕਿ ਭਗਵੰਤ ਮਾਨ ਉਹਨਾਂ ਦੀ ਪਤਨੀ ਤੇ ਭੈਣ ਨੂੰ ਕਿਸ ਆਧਾਰ ਦੇ ਉੱਤੇ ਸੈਂਟਰ ਦੀ ਕੋਈ ਇਨਪੁਟ ਆਈ ਸੀ ਜਿਹਦੇ ਆਧਾਰ ਦੇ ਉੱਤੇ ਇਹ ਸਿਕਿਉਰਿਟੀ ਦਿੱਤੀ, ਪਰ ਇਸ ਮੁੱਦੇ ਦੇ ਉੱਤੇ ਗੱਲ ਬਹੁਤੀ ਤੇ ਨਹੀਂ ਹੁੰਦੀ, ਪਰ ਉਸ ਤਰਫ ਤੁਰਦੀ ਜ਼ਰੂਰ ਹੈ। ਹੁਣ ਮਈ 18 ਨੂੰ ਸੂਬੇ ਦੀ ਸਰਕਾਰ ਨੂੰ ਇੱਕ ਕੰਕਰੀਟ ਰਿਪੋਰਟ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜੇਲ੍ਹ ਜਾਣ ਤੋਂ ਪਹਿਲੇ ਜਿਹੜੀ ਸਿਕਿਉਰਿਟੀ ਸੀ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਿਉਂ ਰਿਡਿਊਸ ਕੀਤੀ ਗਈ, ਉਹਦੇ ਵਾਸਤੇ ਕੋਈ ਸੈਂਟਰ ਦੀ ਇਨਪੁਟ ਸੀ, ਕਿਉਂਕਿ ਹਟਾਉਣ ਵਾਸਤੇ ਵੀ ਤੇ ਕੋਈ ਸੈਂਟਰ ਦੀ ਇਨਪੁਟ ਹੋਣੀ ਚਾਹੀਦੀ ਹੈ, ਸੈਂਟਰਲ ਏਜੰਸੀਜ਼ ਦੀ ਇਨਪੁਟ ਹੋਣੀ ਚਾਹੀਦੀ ਹੈ। ਹੁਣ ਦੁਬਾਰਾ ਉਹ ਸਿਕਿਉਰਿਟੀ ਬਹਾਲ ਕਰਨ ਵਾਸਤੇ ਸੈਂਟਰਲ ਏਜੰਸੀਜ਼ ਦੀ ਇਨਪੁਟ ਦੀ ਵੇਟ ਕੀਤੀ ਜਾ ਰਹੀ ਹੈ, ਤੇ ਉਹਦਾ ਕਾਰਨ ਕੀ ਹੈ? ਪਿਛਲੀ ਸੁਣਵਾਈ ਦੇ ਵਿੱਚ ਕਿਹਾ ਗਿਆ ਸੀ ਸਿੱਧੂ ਉਹਨਾਂ ਕੋਲ 24 ਸੁਰੱਖਿਆ ਕਰਮੀ ਹੈ। ਕੱਲ ਗੱਲ ਚੱਲੀ ਕਿ ਉੱਥੇ ਉਹਨਾਂ ਦੇ ਕੋਲ ਸਿਰਫ 8 ਸੁਰੱਖਿਆ ਕਰਮੀ ਹੈ।
ਔਰ ਸਿੱਧੂ ਹੋਰਾਂ ਖੁਦ ਵੀ ਪਿਛਲੇ ਦਿਨਾਂ 'ਚ ਕਹਿ ਰਹੇ ਸੀ ਕਿ 12-13 ਰਹਿ ਗਏ। ਹੁਣ ਇਹ ਗਿਣਤੀ ਬਾਰ-ਬਾਰ ਬਦਲ ਕਿਉਂ ਰਹੀ ਹੈ? 8, 13, 24 ਤੇ 25, ਯਾਨੀ ਇਸ ਮੁੱਦੇ ਦੇ ਉੱਤੇ ਹਜੇ ਕਲੈਰਿਟੀ ਤੇ ਨਹੀਂ ਆਈ। ਪਰ ਮਈ 18 ਨੂੰ ਲੱਗਦਾ ਹੈ ਕਿ ਸਿੱਧੂ ਦੀ ਸਿਕਿਉਰਿਟੀ ਦੇ ਮੁੱਦੇ ਦੇ ਉੱਤੇ ਸਰਕਾਰ ਵੀ ਆਪਣਾ ਰੁਖ ਸਹੀ ਤਰੀਕੇ ਨਾਲ ਪੇਸ਼ ਕਰੇਗੀ ਔਰ ਕੋਰਟ ਵੀ ਕੋਈ ਫਾਈਨਲ ਫੈਸਲਾ ਲੈ ਸਕਦੀ। ਜਿਹੜਾ ਸੁਖਪਾਲ ਸਿੰਘ ਖਹਿਰਾ ਵਾਲਾ ਮਾਮਲਾ, ਇੱਕ ਜ਼ਿਲ੍ਹਾ ਅਦਾਲਤ ਨੇ ਉਹਨਾਂ ਨੂੰ ਅਗਾਊਂ ਜ਼ਮਾਨਤ ਤਾਂ ਦਿੱਤੀ। ਐਸਡੀਐਮ ਵਾਲਾ ਮਾਮਲਾ ਹੀ ਹੈ ਨਾ, ਜਿਹਦੇ ਵਿੱਚ ਇੱਕ ਹੋਰ ਧਾਰਾ ਨਾਨ ਅਵੇਲੇਬਲ ਐਡ ਕਰਤੀ ਸੀ, ਜਿਸ ਤੋਂ ਬਾਅਦ ਲੇਕਿਨ ਨਾਲ ਦੀ ਨਾਲ ਹੀ ਇੱਕ ਉਹਨਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਵੀ ਇੱਕ ਪੱਤਰ ਲਿਖਤਾ। ਇਸ ਮਾਮਲੇ ਨੂੰ ਵੀ ਐਡਰੈਸ ਕਰ ਦਿਓ ਜੀ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜਿਸ ਤਰੀਕੇ ਨਾਲ ਕੱਲ ਜਿਹੜੀ ਕਪੂਰਥਲਾ ਦੀ ਕੋਰਟ ਤੋਂ ਆਪਣੀ ਅਗਾਊਂ ਐਂਟੀਸਿਪੇਟਰੀ ਬੇਲ ਲੈਣ ਤੋਂ ਬਾਅਦ ਇੱਕ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਵੀ ਲਿਖੀ ਔਰ ਹਾਈ ਕੋਰਟ ਦੇ ਵੀ ਚੀਫ ਜਸਟਿਸ ਨੂੰ ਲਿਖੀ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਪੋਲੀਟੀਕਲ ਵੈਂਡੇਟਾ ਹੋ ਰਿਹਾ, ਵਿਸਲ ਬਲੋਅਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਖਿਲਾਫ ਹੀ FIR ਦਰਜ ਕੀਤੀ ਜਾਂਦੀ ਹੈ। ਉਹ SDM ਸੰਜੀਵ ਸ਼ਰਮਾ ਉਹਨਾਂ ਦਾ ਮਾਮਲਾ, ਜਿਹਦੇ ਵਿੱਚ ਕਾਫੀ ਇੱਕ ਸੀਵੀਅਰ ਧਾਰਾ ਦੇ ਸੈਕਸ਼ਨਸ ਦੇ ਅੰਡਰ ਉਹਨਾਂ ਦੇ ਖਿਲਾਫ ਕੇਸ ਹੁੰਦਾ ਤੋਂ ਬਾਅਦ ਚੋਂ, ਕਿਉਂਕਿ ਉਹ ਧਾਰਾ ਬੇਲੇਬਲ ਹੁੰਦੀ ਹੈ, ਨੌਨ ਬੇਲੇਬਲ ਧਾਰਾ 353 ਚੇਚੇ ਤੌਰ ਤੇ ਬਾਅਦ ਚੋਂ ਜੁੜਦੀ ਹੈ। ਇਹਨਾਂ ਸਾਰੀ ਗੱਲਾਂ ਦੇ ਉੱਤੇ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਹੈ ਔਰ ਹਰਿਆਣਾ ਦੇ ਵੀ ਪੰਜਾਬ ਦੇ ਵੀ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਹੈ ਕਿ ਮੈਂ ਕੰਟੈਂਪਟ ਦਾ ਕੇਸ ਪਾਣਾ ਚਾਹਨਾ। ਜਿਸ ਤਰੀਕੇ ਨਾਲ ਸਰਕਾਰ ਜਾਂ ਮੁੱਖ ਮੰਤਰੀ ਦੇ ਪਰਸਨਲ ਨਿਰਦੇਸ਼ ਦੇ ਉੱਤੇ ਮੇਰੇ ਖਿਲਾਫ ਝੂਠੀ FIR ਦਰਜ ਕੀਤੀ ਜਾ ਰਹੀ ਹੈ, ਉਹ ਵੀ ਤਦ ਜਦ ਉਹਨਾਂ ਨੇ ਇੱਕ ਮੰਤਰੀ ਦੇ ਕਥਿਤ ਕੁਕਰਮ ਦੀ ਇੱਕ ਵੀਡੀਓ ਗਵਰਨਰ ਸਾਹਿਬ ਨੂੰ ਭੇਜੀ। ਉਹ ਕਹਿੰਦੇ ਮੈਂ ਉਸ ਟਾਈਮ ਜਦ ਗਵਰਨਰ ਸਾਹਿਬ ਨੂੰ ਇਹ ਵੀਡੀਓ ਜਾਂ ਪੈਨ ਡਰਾਈਵ ਦੇ ਵਿੱਚ ਦਿੱਤੀ ਸੀ, ਉਸ ਟਾਈਮ ਮੈਂ ਮੰਤਰੀ ਦਾ ਨਾਂ ਨਹੀਂ ਲਿਆ ਸੀ, ਮੰਤਰੀ ਦਾ ਨਾਂ ਬਾਅਦ ਚੋਂ ਆਇਆ। ਪਰ ਇਸ ਤੋਂ ਚਿੜ ਕੇ ਸਰਕਾਰ ਜੋ ਮੇਰੇ ਨਾਲ ਕਰ ਰਹੀ ਹੈ, ਉਹ ਮੇਰੇ ਖਿਆਲ ਨਾਲ ਕੰਟੈਂਪਟ ਵੀ ਬਣਦੀ ਹੈ ਤੇ ਇਹਦੀ ਇੱਕ ਇਜਾਜ਼ਤ ਉਹਨਾਂ ਨੇ ਚੀਫ ਜਸਟਿਸ ਤੋਂ ਮੰਗੀ ਹੈ। ਸਵਾਲ ਭਾਸਕਰ ਸਾਹਿਬ ਇਹ ਵੀ ਹੈ ਨਾ ਕਿ ਇਸ ਗੱਲ ਦੀ ਤਸਦੀਕ ਕੌਣ ਕਰੂਗਾ ਕਿ ਮੁੱਖ ਮੰਤਰੀ ਨੇ ਕਿਹਾ ਸੀ? ਇਹੋ ਜਿਹੀਆਂ ਗੱਲਾਂ ਦੇ ਕਿਤੇ ਰਿਕਾਰਡ ਹੁੰਦੇ ਆ। ਮੁੱਖ ਮੰਤਰੀ ਨੇ ਕਿਹਨੂੰ ਫੋਨ ਕੀਤਾ, ਉਹਦੀ ਕੋਈ ਕਾਲ ਡਿਟੇਲ ਥੋੜੀ ਕਢਾਈ ਜਾ ਸਕਦੀ, ਤੇ ਕਿਉਂ ਕੀਤਾ, ਕਿਹੜਾ ਮਕਸਦ ਕਲੀਅਰ ਹੋਣਾ, ਕਿਹੜਾ ਪੈਗਾਸਸ ਸੌਫਟਵੇਅਰ ਲੱਗਿਆ ਵੀ ਉਹਦੇ ਵਿੱਚ ਆਵਾਜ਼ ਰਿਕਾਰਡ ਹੋਈ ਹੋਊਗੀ, ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਵੇ ਠੋਕ ਦੋ ਖਹਿਰਾ। ਮੈਨੂੰ ਲੱਗਦਾ ਇਹ ਚੀਜ਼ਾਂ ਬੜੀਆਂ ਸਾਬਤ ਕਰਨੀਆਂ ਔਖੀਆਂ ਹੁੰਦੀਆਂ। ਹਾਂ, ਮੁੱਢਲੇ ਤੌਰ ਤੇ ਉਪਰੀ ਨਜ਼ਰੇ ਇਹ ਮੰਨਿਆ ਜਾਂਦਾ ਕਿ ਸਟੇਟ ਦੇ ਹੈੱਡ ਤੋਂ ਬਿਨਾਂ ਕਿਸੇ ਦੇ ਖਿਲਾਫ, ਪੋਲੀਟੀਕਲ ਬੰਦੇ ਦੇ ਖਿਲਾਫ ਕੇਸ ਅੱਗੇ ਵਧਾਉਣਾ ਔਖਾ। ਪਰ ਇੱਥੇ ਦੋ ਪਾਵਰ ਸੈਂਟਰ ਆ, ਇੱਕ ਦਿੱਲੀ ਵਾਲਾ ਵੀ ਆ। ਉਹ ਦਿੱਲੀ ਵਾਲੇ ਨਾਲ ਵੀ ਖਹਿੰਦੇ ਰਹੇ ਆ ਖਹਿਰਾ, ਕਿਉਂਕਿ ਕੇਜਰੀਵਾਲ ਦੇ ਖਿਲਾਫ ਮੋਰਚਾ ਲਾਉਣ ਤੋਂ ਬਾਅਦ ਹੀ ਉਹਨਾਂ ਨੂੰ LOP ਛੱਡਣਾ ਪਿਆ ਸੀ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਆਪਣੇ ਆਮ ਆਦਮੀ ਪਾਰਟੀ ਤੋਂ ਵੀ ਬਾਹਰ ਦਾ ਰਸਤਾ ਵਿਖਾਇਆ ਗਿਆ ਸੀਗਾ, ਭਾਵੇਂ ਉਹ ਕਹਿੰਦੇ ਮੈਂ ਅਸਤੀਫਾ ਦਿੱਤਾ ਜਾਂ ਬਾਕੀ ਗੱਲਾਂ। ਆਪਾਂ ਭਾਸਕਰ ਸਾਹਿਬ ਅਗਲੀ ਗੱਲ ਵੀ ਤੁਹਾਡੇ ਤੋਂ ਮੈਂ ਲੈ ਲਾਂ। ਦਿੱਲੀ ਦਾ ਜ਼ਿਕਰ ਹੋ ਰਿਹਾ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕੀਤੀ ਸੀ ਬਦਲੀ। ਹੁਣ ਬਦਲੀ IAS ਅਫਸਰ ਸੀ, ਉਹ ਕੌਣ ਸੀਗੇ, ਉਸ ਜਰਾ ਡਿਟੇਲ ਸਮਝਾਓ। ਜਿਨ੍ਹਾਂ ਦੀ ਬਦਲੀ ਹੋਈ ਉਹਨਾਂ ਨੇ ਆਪਣੇ ਬੌਸ ਦਾ ਹੁਕਮ ਹੀ ਨਹੀਂ ਮੰਨਿਆ, ਜਿਨ੍ਹਾਂ ਨੂੰ ਬੌਸ ਸੁਪਰੀਮ ਕੋਰਟ ਨੇ ਬਣਾਤਾ ਸੀ ਇੱਕ ਦਿਨ ਪਹਿਲਾਂ ਹੀ, ਸੇਮ ਡੇ ਹੀ ਬਦਲੀ ਹੋਈ, ਲੇਕਿਨ ਅਗਲੇ ਚਾਰਜ ਦਿੱਤੇ ਬਿਨਾਂ ਚਲੇ ਗਏ। ਕੀ ਹੋਇਆ? ਜਿਹੜਾ ਸੁਪਰੀਮ ਕੋਰਟ ਦੇ ਵਿੱਚ ਭੱਜ ਕੇ ਕੇਜਰੀਵਾਲ ਸਾਹਿਬ ਨੂੰ ਜਾਣਾ ਪੈ ਗਿਆ, ਅਦਾਲਤੀ ਅਵਮਾਨਨਾ ਦਾ ਮਾਮਲਾ ਬਣਾਤਾ ਉਹਨਾਂ ਨੇ, ਜਿਹਦੀ ਸੁਣਵਾਈ ਲਈ ਡੇਟ ਵੀ ਤੈਅ ਹੋ ਗਈ ਆ। ਮੈਨੂੰ ਜਰਾ ਇਹ ਦੱਸੋ ਕਿ ਮਾਮਲਾ ਤੁਰਿਆ ਕਿੱਦਾਂ? ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ, ਕੇਜਰੀਵਾਲ ਸਾਹਿਬ ਨੇ ਬਦਲੀ ਕੀਤੀ, ਬਦਲੀ ਤੋਂ ਬਾਅਦ ਕੀ ਹੋਇਆ, ਤੇ ਇਹ ਸਾਰੇ ਮਾਮਲੇ ਨੂੰ ਵੀ ਨਾਲ ਹੀ ਟੱਚ ਕਰ ਦਿਓ। ਰੰਧਾਵਾ ਜੀ, ਵੀਰਵਾਰ ਨੂੰ 5 ਮੈਂਬਰ ਬੈਂਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਉਂਦਾ ਜਿਹਦੇ ਵਿੱਚ ਅਚਾਨਕ ਹੀ ਦਿੱਲੀ ਸਰਕਾਰ ਜਿਹੜੀ ਲੈਫਟੀਨੈਂਟ ਗਵਰਨਰ ਦੇ ਘਰ ਦੇ ਆਫਿਸ ਦੇ ਚੱਕਰ ਲਾਉਂਦੀ ਸੀ ਹਰ ਮੁੱਦੇ ਦੇ ਉੱਤੇ, ਉਹਨਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਲੈਂਡ, ਪੁਲਿਸ ਔਰ ਪਬਲਿਕ ਆਰਡਰ ਤੋਂ ਇਲਾਵਾ ਜਿੰਨੇ ਵੀ ਮਾਮਲੇ ਨੇ, ਜਿੰਨੇ ਵੀ ਅਧਿਕਾਰੀ ਨੇ, ਉਹਨਾਂ ਮਾਮਲਿਆਂ ਦੇ ਵਿੱਚ, ਉਹਨਾਂ ਮੁੱਦਿਆਂ ਦੇ ਉੱਤੇ ਦਿੱਲੀ ਸਰਕਾਰ ਨੂੰ ਪੂਰੇ ਇਖਤਿਆਰ ਨੇ ਆਪਣੇ ਡਿਸੀਜਨ ਲੈਣ ਦੇ। ਹਾਲੇ 2 ਜਾਂ 3 ਕੇਸ ਹੋਰ ਪੈਂਡਿੰਗ ਹੈ ਸੁਪਰੀਮ ਕੋਰਟ ਦੇ ਵਿੱਚ, ਖਾਸ ਕਰਕੇ ਉਹ ਜਿਹੜੇ MCD ਦੇ ਵਿੱਚ ਆਲਡਰਮੈਨ ਲਾਏ ਸੀਗੇ ਗਵਰਨਰ ਸਾਹਿਬ ਨੇ ਔਰ ਬਿਨਾਂ ਦਿੱਲੀ ਸਰਕਾਰ ਦੀ ਇਜਾਜ਼ਤ ਤੋਂ, ਉਹਦੀ ਵੀ ਮੰਗਲਵਾਰ ਨੂੰ ਸੁਣਵਾਈ ਹੈਗੀ ਹੈ। ਔਰ ਉਸ ਤੋਂ ਇਲਾਵਾ ਫਿਨਲੈਂਡ ਪ੍ਰਿੰਸੀਪਲਾਂ, ਟੀਚਰਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਦਿੱਲੀ ਸਰਕਾਰ ਨੇ ਫਾਈਲ ਭੇਜੀ ਸੀ ਲੈਫਟੀਨੈਂਟ ਗਵਰਨਰ ਸਾਹਿਬ ਕੋਲ, ਉਹ ਫਾਈਲ ਜਿਸ ਤਰੀਕੇ ਨਾਲ ਰਿਜੈਕਟ ਹੋ ਗਈ ਹੈ। ਵੀਰਵਾਰ ਦੇ ਆਰਡਰ ਤੋਂ ਬਾਅਦ ਮੁੱਖ ਮੰਤਰੀ ਦਿੱਲੀ ਦੇ ਕੇਜਰੀਵਾਲ ਸਾਹਿਬ ਆਉਂਦੇ ਨੇ ਆਪਣੇ ਆਫਿਸ, ਉੱਥੇ ਬੜਾ ਵੈਲਕਮ ਹੁੰਦਾ ਹੈ ਆਮ ਆਦਮੀ ਪਾਰਟੀ ਦੇ ਜਾਂ ਹੋਰ ਪੂਰੀ ਕੈਬਨਿਟ ਉਹਨਾਂ ਨੂੰ ਸ਼ਕਤੀਸ਼ਾਲੀ ਮੁੱਖ ਮੰਤਰੀ ਦੇ ਤੌਰ ਤੇ ਇੱਕ ਰਿਸੀਵ ਕਰਦੀ ਹੈ। ਔਰ ਕੱਲ ਸੌਰਵ ਭਾਰਦਵਾਜ, ਉਹਨਾਂ ਨੇ ਜਿਹੜੇ ਸਰਵਿਸਿਜ਼ ਮੰਤਰਾਲੇ ਦੇ ਮੰਤਰੀ ਵੀ ਨੇ,
ਉਹ ਆਰਡਰ ਕਰਦੇ ਨੇ ਆਸ਼ੀਸ਼ ਮੋਰ ਜਿਹੜੇ ਸਪੈਸ਼ਲ ਸੈਕਟਰੀ ਹੈ, ਚੀਫ ਸਪੈਸ਼ਲ ਸੈਕਟਰੀ ਸਰਵਿਸਿਜ਼ ਦੇ, ਉਹਨਾਂ ਨੂੰ ਇੱਕ ਟ੍ਰਾਂਸਫਰ ਫਾਈਲ ਲੈਣ ਵਾਸਤੇ ਕਹਿੰਦੇ ਨੇ, ਜਿਹਦੇ ਵਿੱਚ ਉਹਨਾਂ ਦੀ ਆਪ ਦੀ ਵੀ ਟ੍ਰਾਂਸਫਰ ਹੁੰਦੀ ਹੈ। ਉਹ ਨਿਕਲਦੇ ਨੇ ਉਸ ਆਫਿਸ ਤੋਂ ਬਾਹਰ, ਸਿੱਧਾ ਆਫਿਸ ਤੋਂ ਬਾਹਰ ਨਿਕਲ ਕੇ ਆਪਣੀ ਗੱਡੀ ਦੇ ਵਿੱਚ ਕਿਤੇ ਚਲੇ ਜਾਂਦੇ ਨੇ, ਔਰ ਬਾਅਦ ਚੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਛੁੱਟੀ ਲੈ ਲਈ ਉਸ ਦਿਨ ਦੀ। ਔਰ ਬਾਅਦ ਚੋਂ ਉਹ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਮਈ 2015 ਦਾ ਉਹ ਹੋਮ ਮਿਨਿਸਟਰੀ ਦਾ ਨੋਟੀਫਿਕੇਸ਼ਨ, ਜਿਹਦੇ ਹਿਸਾਬ ਨਾਲ ਕਿਸੇ ਵੀ ਟ੍ਰਾਂਸਫਰ ਦਾ ਅਧਿਕਾਰ ਉਹ ਸਿਰਫ ਗਵਰਨਰ ਸਾਹਿਬ ਕੋਲ ਹੈਗਾ। ਇਸ ਗੱਲ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਨੇ ਕਿ ਵੀ ਅਸੀਂ ਕਿਸੇ ਵੀ ਫਾਈਲ ਨੂੰ ਹਜੇ ਫਿਲਹਾਲ ਅੱਗੇ ਨਹੀਂ ਤੋੜਦੇ। ਇਮੀਡੀਏਟਲੀ ਦਿੱਲੀ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣ ਦਾ ਫੈਸਲਾ ਕਰਦੀ ਹੈ। ਅਭਿਸ਼ੇਕ ਸਿੰਘ ਮਨੂ, ਜਿਹੜੇ ਅਭਿਸ਼ੇਕ ਮਨੂ, ਉਹ ਅਭਿਸ਼ੇਕ ਮਨੂ ਸਿੰਘਵੀ ਜੀ, ਉਹ ਇਹਦੇ ਵਾਸਤੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਬਿਹਾਫ ਤੇ ਅਪੀਲ ਕਰਦੇ ਨੇ। ਉੱਥੇ ਇੱਕ ਡਾਢੀ ਬਹਿਸ ਹੁੰਦੀ ਹੈ, ਕਿਉਂਕਿ ਮਈ 2015 ਦਾ ਉਹ ਨੋਟੀਫਿਕੇਸ਼ਨ, ਜਿਸ ਨੋਟੀਫਿਕੇਸ਼ਨ ਦੇ ਬੇਸ ਤੇ ਆਸ਼ੀਸ਼ ਮੋਰ ਨੇ ਮਨਾ ਹੀ ਕਰਤਾ ਇੱਕ ਤਰੀਕੇ ਨਾਲ ਮੰਤਰੀ ਨੂੰ ਕਿ ਮੈਂ ਇਸ ਫਾਈਲ ਨੂੰ ਅੱਗੇ ਇਸ ਕਰਕੇ ਨਹੀਂ ਵਧਾ ਸਕਦਾ ਕਿ ਉਹ ਨੋਟੀਫਿਕੇਸ਼ਨ ਹਜੇ ਤੱਕ ਵਿਡਰਾ ਨਹੀਂ ਹੋਇਆ। ਹੁੰਦਾ ਕੀ ਹੈ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਆਉਣ ਤੋਂ ਬਾਅਦ ਕੀ ਸੈਂਟਰ ਦੀ ਉਹ ਨੋਟੀਫਿਕੇਸ਼ਨ ਆਟੋਮੈਟਿਕਲੀ ਨਲ ਐਂਡ ਵਾਇਡ ਡਿਕਲੇਅਰ ਹੋ ਜਾਂਦੀ ਹੈ, ਜਾਂ ਫਿਰ ਸੁਪਰੀਮ ਕੋਰਟ ਨੂੰ ਚੇਚੇ ਤੌਰ ਤੇ ਦੁਬਾਰਾ ਉਸ ਮੁੱਦੇ ਦੇ ਉੱਤੇ ਉਸ ਨੋਟੀਫਿਕੇਸ਼ਨ ਨੂੰ ਕੈਂਸਲ ਕਰਨ ਵਾਸਤੇ ਕੋਈ ਆਰਡਰ ਸੁਣਾਉਣਾ ਪੈਣਾ ਹੈ। ਇਹਦੇ ਉੱਤੇ ਕੱਲ ਅਦਾਲਤ ਦੇ ਵਿੱਚ ਬਹਿਸ ਹੋਈ। ਹੁਣ ਜਿਸ ਤਰ੍ਹਾਂ ਮੰਗਲਵਾਰ ਨੂੰ ਦੁਬਾਰਾ ਡੇਟ ਹੈਗੀ ਹੈ ਕਿ ਇਹ ਅਮਾਉਂਟ ਇਹ ਕੰਟੈਂਪਟ ਆਫ ਕੋਰਟ ਦੇ ਦਾਇਰੇ ਦੇ ਵਿੱਚ ਆਉਂਦਾ ਹੈ ਕਿ ਇੱਕ ਅਫਸਰ ਨੂੰ ਟ੍ਰਾਂਸਫਰ ਦੀ ਫਾਈਲ ਲਿਆਉਣ ਵਾਸਤੇ ਕਿਹਾ ਤੇ ਉਹਨੇ ਕਿਹਾ ਕਿ 2015 ਦੀ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਮੈਂ ਤੁਹਾਨੂੰ ਜਵਾਬਦੇਹ ਨਹੀਂ ਆ। ਇਹ ਸਾਰੀ ਗੱਲਾਂ ਦੇ ਉੱਤੇ ਮੰਗਲਵਾਰ ਨੂੰ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਬਹਿਸ ਹੋਏਗੀ, ਔਰ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਦਿੱਲੀ ਸਰਕਾਰ ਦੀ ਇਸ ਪਟੀਸ਼ਨ ਨੂੰ ਐਡਮਿਟ ਕਰ ਲਿਆ ਔਰ ਇਹਦੇ ਉੱਤੇ ਸੁਣਵਾਈ ਕਰਨ ਦਾ ਵੀ ਫੈਸਲਾ ਕਰ ਲਿਆ। ਇਹ ਕਾਫੀ ਵੱਡਾ ਮਾਮਲਾ ਹੈ ਜਿਹਦੇ ਦੇ ਰੱਸਾਕਸ਼ੀ ਚੱਲਦੀ ਰਹਿਣ ਦੀ ਕਾਫੀ ਸੰਭਾਵਨਾ ਹੈ। ਮੈਂ ਤੁਹਾਡੇ ਕੋਲ ਆਉਣਾ, ਵੈਸੇ ਭਾਸਕਰ ਸਾਹਿਬ ਜਦੋਂ ਮਨੂ ਸਿੰਘਵੀ ਦਾ ਜ਼ਿਕਰ ਕਰ ਰਹੇ ਸੀ, ਕੱਲ ਵੀ ਅਸੀਂ ਇੱਕ ਹਲਕਾ ਜਿਹਾ ਜ਼ਬਾਨ ਸਲਿੱਪ ਕਰਨ ਵਰਗੇ ਮਾਮਲੇ 'ਚ ਆ ਗਏ। ਮੈਂ ਉਹ ਮਾਮਲਾ ਸੀ ਸੈਨੇਟਰੀ ਪੈਡਸ ਵਾਲਾ, ਤੇ ਉਹਨੂੰ ਮੈਂ ਸਿਹਤ ਵਿਭਾਗ ਦੀ ਗੱਲ ਕਹਿਤੀ, ਲੇਕਿਨ ਉਸ ਤੋਂ ਬਾਅਦ ਉਹ ਸਾਰੀ ਸਿਹਤ ਵਿਭਾਗ ਦੀ ਚੱਲੀ ਗਈ। ਉਹ ਸਮਾਜਿਕ ਸੁਰੱਖਿਆ ਨਾਲ ਜੁੜਿਆ ਮਾਮਲਾ ਸੀ, ਕਿਉਂਕਿ ਇਹ ਸੈਨੀਟੇਸ਼ਨ ਦਾ ਜਾਂ ਇਹ ਬਾਕੀ ਜਿੰਨੇ ਵੀ ਮਾਮਲੇ ਸੀ ਕਿਟਸ ਦਾ, ਉਹ ਸਾਰੇ ਇੰਜ ਦੇ ਸੀ। ਸੈਨੇਟਰੀ ਪੈਡਸ ਵੀ ਅਮੂਮਨ ਉਹਦੇ ਨਾਲ ਹੀ ਜਾ ਜੁੜਦਾ ਹੈ। ਖੈਰ, ਮੈਂ ਅੱਗੇ ਜਾਣਾ ਇੰਦਰਪ੍ਰੀਤ ਜੀ ਵੱਲ। ਇੰਦਰਪ੍ਰੀਤ ਜੀ, ਨਵਾਂ ਜੇਲ੍ਹ ਕਾਨੂੰਨ, ਇਹ ਕੀ ਨਵਾਂ ਸੱਪ ਹੈ ਭਰਾ ਜੀ? ਇਹ ਦੱਸੋ, ਹੈ ਕੀ ਜੇਲ੍ਹ ਕਾਨੂੰਨ? ਕੀ ਹੁੰਦਾ ਹੈ ਇਹਦੇ ਵਿੱਚ? ਕੀ ਆਉਂਦਾ ਹੈ? ਜੇਲ੍ਹ ਦੇ ਵਿੱਚ ਗਏ ਵਿਅਕਤੀਆਂ ਲਈ ਹੁੰਦਾ ਹੈ ਕਿ ਜੇਲ੍ਹ ਦੇ ਸਰਾਊਂਡਿੰਗਸ ਲਈ ਹੁੰਦਾ ਹੈ ਕਿ ਜੇਲ੍ਹ ਵਿੱਚ ਨੌਕਰੀ ਕਰਦੇ ਲੋਕਾਂ ਲਈ ਹੁੰਦਾ? ਮੈਨੂੰ ਸਮਝਾਓ ਜ਼ਰਾ, ਮੈਂ ਕਿੱਦਾਂ ਸਮਝਾਂ। ਰੰਧਾਵਾ ਸਾਹਿਬ, ਪਿਛਲੇ ਕਾਫੀ ਲੰਬੇ ਸਮੇਂ ਤੋਂ, ਕਿਉਂਕਿ ਦੇਖੋ ਇਹ ਜਿਹੜਾ ਜੇਲ੍ਹ ਮੈਨੂਅਲ ਐਕਟ ਹੈਗਾ ਸਾਡਾ ਬਹੁਤ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਐਕਟ ਆ, ਤੇ ਉਹੀ ਚੱਲੀ ਆ ਰਿਹਾ ਸੀ, ਅਜੇ ਉਹਦੇ ਵਿੱਚ ਕੋਈ ਤਰਮੀਮ ਨਹੀਂ ਕੀਤੀ ਹੋਈ। ਬਹੁਤ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਬਦਲ ਗਈਆਂ ਨੇ, ਇਸ ਕਰਕੇ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਸੀ। ਜਦੋਂ ਖਾਸ ਤੌਰ ਤੇ ਜਦੋਂ ਗੈਂਗ ਵਾਰ ਵਧੀ ਹੈ ਤੇ ਆਤੰਕੀ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਮਾਮਲੇ ਆਏ ਨੇ, ਉਹ ਅੰਦਰ ਜੇਲ੍ਹਾਂ ਦੇ ਅੰਦਰ ਵੀ ਲੜਦੇ ਰਹਿੰਦੇ ਆ, ਤੇ ਉਹ ਇਸ ਤਰ੍ਹਾਂ ਦੀ ਜਦੋਂ ਚੀਜ਼ਾਂ ਆਈਆਂ ਨੇ ਜਦੋਂ ਦੀਆਂ, ਉਸ ਤੋਂ ਬਾਅਦ ਕਾਫੀ ਚੇਂਜਸ ਦੀ ਗੱਲ ਕੀਤੀ ਗਈ ਸੀ। ਉਸ ਤੋਂ ਇਲਾਵਾ ਜਿਹੜੀ ਟੈਕਨੋਲੋਜੀ ਆ ਗਈ ਹੈ, ਉਸ ਜਿਹੜੀਆਂ ਅੰਦਰੋਂ ਕਾਲਸ ਜਾਂਦੀਆਂ, ਵੀਡੀਓ ਇੰਟਰਵਿਊਜ਼ ਹੋ ਰਹੀਆਂ ਨੇ, ਉਹ ਸਾਰੀਆਂ ਚੀਜ਼ਾਂ ਆਉਣ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਸੀ ਵੀ ਕਾਨੂੰਨ ਦੇ ਵਿੱਚ ਵੱਡੀ ਫੇਰ ਬਦਲ ਦੀ ਲੋੜ ਹੈਗੀ ਹੈ। ਪਰ ਹਜੇ ਹੋ ਨਹੀਂ ਰਹੀ। ਗਵਰਨਮੈਂਟ ਆਫ ਇੰਡੀਆ ਨੇ ਇੱਕ ਡਰਾਫਟ ਤਿਆਰ ਕੀਤਾ, ਹਾਲਾਂਕਿ ਉਹਦੀ ਡਿਟੇਲਸ ਬਹੁਤੀਆਂ ਨਹੀਂ ਇਹਨਾਂ ਨੇ ਦਿੱਤੀਆਂ ਹੈਗੀਆਂ। ਮੇਰਾ ਖਿਆਲ ਹੈ ਕਿ ਸ਼ਾਇਦ ਉਹ ਵੈਬਸਾਈਟ ਤੇ ਪਾਣਗੇ, ਤਾਂ ਕਿ ਜਿਹਨੇ ਕੋਈ ਅਗਰ ਕਿਸੇ ਨੇ ਦੱਸਣਾ, ਆਪਣਾ ਕੋਈ ਇਤਰਾਜ਼ ਜਾਂ ਦੱਸਣਾ ਹੈ ਜਾਂ ਕੋਈ ਸੁਝਾਅ ਦੇਣਾ ਹੈ, ਤਾਂ ਉਸ ਤੇ ਦੇ ਸਕਦੇ ਆ। ਅਜੇ ਸਟੇਟਾਂ ਨੂੰ ਵੀ ਨਹੀਂ ਭੇਜਿਆ, ਸਟੇਟਾਂ ਨੂੰ ਵੀ ਭੇਜਣ ਦਾ ਮਾਮਲਾ ਹੈਗਾ ਇਹ। ਸੋ ਇਹਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ। ਤੁਹਾਨੂੰ ਯਾਦ ਹੋਊਗਾ ਜਦੋਂ ਜਗਤਾਰ ਸਿੰਘ ਹਵਾਰਾ ਹੋਣੀ ਜੇਲ੍ਹ 'ਚ ਸੁਰੰਗ ਖੋਦ ਕੇ ਬੁੜੈਲ ਜੇਲ੍ਹ 'ਚੋਂ ਨਿਕਲੇ ਸੀਗੇ, ਉਸ ਤੋਂ ਬਾਅਦ ਵੀ ਇਹ ਗੱਲ ਆਈ ਸੀ ਵੀ ਇਹ ਇਸ ਤਰ੍ਹਾਂ ਦੀ ਅਗਰ ਚੀਜ਼ਾਂ ਆ ਜਾਂਦੀਆਂ ਨੇ ਤਾਂ ਉਹਨੂੰ ਕਿਵੇਂ ਨਿਪਟਣਾ ਹੈ। ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹਨੂੰ ਬੜਾ ਸੀਰੀਅਸਲੀ ਲਿਆ ਗਿਆ, ਔਰ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਉਹਨਾਂ ਨੇ ਜਿਹੜੇ ਜੇਲ੍ਹ ਮੰਤਰੀ ਸੀ ਉਦੋਂ ਦੇ, ਬਿਰਮੀ ਸਾਹਿਬ, ਮਲਕੀਤ ਸਿੰਘ ਬਿਰਮੀ, ਤੇ ਜਿਹੜੇ ਏਡੀਜੀਪੀ ਭਟਨਾਗਰ ਸੀਗੇ ਜੇਲ੍ਹ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਸੀ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੂਰੀ ਉਹ ਆਸਟ੍ਰੇਲੀਆ ਦੀ ਕਹਿੰਦੇ ਜੇਲ੍ਹਾਂ ਬਹੁਤ ਅੱਛੀਆਂ ਨੇ, ਉੱਥੇ ਸਿਸਟਮ ਬੜਾ ਅੱਛਾ ਹੈ, ਐਕਚੁਅਲੀ ਸੁਧਾਰ ਕਰ ਹੈ। ਸਾਡੇ ਇੱਥੇ ਸਿਰਫ ਨਾਂ ਦੇ ਸੁਧਾਰ ਕਰਨੇ, ਉੱਥੇ ਐਕਚੁਅਲੀ ਸੁਧਾਰ ਕਰ ਹੈ।
ਤਾਂ ਉਹ ਇੱਕ ਰਿਪੋਰਟ ਅਸੀਂ ਰਿਪੋਰਟ ਵੀ ਕੀਤੀ ਸੀਗੀ, ਮਤਲਬ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਆ, ਅਸੀਂ ਬਹੁਤ ਡਿਟੇਲਸ ਨਾਲ ਰਿਪੋਰਟਾਂ ਕੀਤੀਆਂ ਸੀ ਉਹਦੇ ਤੇ। ਪਰ ਮੈਨੂੰ ਅਫਸੋਸ ਇਹ ਹੈ ਕਿ ਇਹ ਜਿਹੀਆਂ ਰਿਪੋਰਟਾਂ ਜਦੋਂ ਇੰਪਲੀਮੈਂਟੇਸ਼ਨ ਵਾਲੇ ਪਾਸੇ ਵੱਧਦੀਆਂ ਨੇ, ਉਦੋਂ ਪਤਾ ਨਹੀਂ ਕਿਉਂ ਉਹਨਾਂ ਦੇ ਫਾਈਲਾਂ ਤੇ ਐਡੀ ਐਡੀ ਧੂੜ ਜੰਮ ਜਾਂਦੀ ਹੈ ਕਿ ਕਿਸੇ ਨੂੰ ਦਿਖਦੀਆਂ ਹੀ ਨਹੀਂ ਫਾਈਲਾਂ ਕਿ ਉਹ ਪਈਆਂ ਵੀ ਨੇ। ਸੋ ਇਸ ਮਾਮਲੇ 'ਚ ਵੀ ਇਦਾਂ ਹੀ ਹੋਇਆ। ਏਡੀਜੀਪੀ ਭਟਨਾਗਰ ਜਿਹੜੇ ਸੀਗੇ, ਬਾਅਦ 'ਚ ਉਹਨਾਂ ਨੂੰ ਜੇਲ੍ਹ ਸੁਧਾਰ ਕਮੇਟੀ ਦਾ, ਜੋ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਸੁਧਾਰ ਕਮੇਟੀ ਦਾ ਚੇਅਰਮੈਨ ਵੀ ਲਗਾਇਆ ਗਿਆ। ਉਹਨਾਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਸੀ, ਖਾਸ ਤੌਰ ਤੇ ਇਸ ਮਾਮਲੇ 'ਚ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਲੋਕ ਨੇ, ਸਾਰੇ ਲੋਕ ਤਾਂ ਬਹੁਤੇ ਕ੍ਰਿਮੀਨਲ ਨਹੀਂ ਹੈਗੇ ਨਾ, ਬਹੁਤ ਸਾਰੇ ਲੜਾਈ ਝਗੜਿਆਂ ਦੇ ਵਿੱਚ ਆਪਸੀ ਖਹਿਬਾਜ਼ੀਆਂ ਦੇ ਚੱਕਰ 'ਚ ਵੀ ਅੰਦਰ ਜਾਂਦੇ ਆ, ਪਰ ਸਾਰਿਆਂ ਨਾਲ ਇਸ ਕਰਕੇ ਇੱਕੋ ਤਰ੍ਹਾਂ ਵਿਵਹਾਰ ਨਹੀਂ ਕੀਤਾ ਜਾਂਦਾ। ਭਟਨਾਗਰ ਸਾਹਿਬ ਦੀ ਰਿਪੋਰਟ ਵੀ ਇਹੀ ਕਹਿ ਰਹੀ ਸੀਗੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਕ੍ਰਿਮੀਨਲਸ ਦੇ ਲੋਕਾਂ ਨਾਲੋਂ ਕਿਵੇਂ ਅਲੱਗ ਰੱਖਣਾ ਹੈ। ਤਾਂ ਉਹਨਾਂ ਨੇ ਕਿਹਾ ਸੀ ਵੀ ਹਾਰਡਕੋਰ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੂੰ ਪਹਿਲੀ ਤੇ ਦੂਜੀ ਮੰਜ਼ਲ ਤੇ ਰੱਖਣਾ ਹੈ, ਤਾਂ ਕਿ ਕਦੇ ਵੀ ਜਿਹੜਾ ਸੁਰੰਗ ਖੋਦ ਕੇ ਨਿਕਲਣ ਵਾਲਾ ਕੰਮ ਨਾ ਹੋਵੇ। ਦੂਸਰਾ ਇਹ ਸੀ ਵੀ ਫੇਸਿੰਗ ਨਹੀਂ ਹੋਣੀ ਚਾਹੀਦੀ, ਕਿਸੇ ਵੀ ਜਿਹੜੀ ਬੈਰਕ ਦੀ ਦੂਜੇ ਬੈਰਕ ਦੇ ਉੱਤੇ ਫੇਸਿੰਗ ਨਹੀਂ ਹੋਣੀ ਚਾਹੀਦੀ, ਯਾਨੀ ਲੋਕ ਇੱਕ ਦੂਸਰੇ ਨੂੰ ਦੇਖ ਨਾ ਸਕਣ। ਉਹ ਇਸ ਕਰਕੇ ਕਿ ਲੋਕ ਜਿਹੜੇ ਮੇਰੇ ਕ੍ਰਿਮੀਨਲ ਮਾਈਂਡ ਵਾਲੇ ਹੁੰਦੇ ਆ, ਉਹ ਇੱਕ ਦੂਜੇ ਨਾਲ ਖਹਿੰਦੇ ਆ, ਇੱਕ ਦੂਜੇ ਨੂੰ ਚਿੜਾਉਂਦੇ ਆ, ਤਾਂ ਉੱਥੇ ਦੁਸ਼ਮਣੀਆਂ ਵੱਧਦੀਆਂ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਸੀ ਕਿ ਇਹਨਾਂ ਨੂੰ ਕਿਵੇਂ ਕੰਮਾਂ ਕਾਰਾਂ ਤੇ ਲਗਾਇਆ ਜਾ ਸਕਦਾ ਹੈ, ਕਿ ਓਪਨ ਜੇਲ੍ਹ ਜ਼ਿਆਦਾ ਬਣਾਈਆਂ ਜਾਣ, ਇਸ ਦੇ ਉੱਤੇ ਵੀ ਸੀਗਾ। ਤੁਹਾਨੂੰ ਯਾਦ ਹੋਊਗਾ ਇੱਕ ਬਹੁਤ ਸਾਲ ਪਹਿਲਾਂ ਵਹੀਲ ਸ਼ਾਂਤਾਰਾਮ ਦੀ ਇੱਕ ਪਿਕਚਰ ਆਈ ਸੀ, 2 ਆਂਖੇਂ 12 ਹਾਥ। ਉਹਦੇ ਵਿੱਚ ਪਹਿਲੀ ਵਾਰ ਇਹ ਕਨਸੈਪਟ ਆਇਆ ਸੀ ਓਪਨ ਜੇਲ੍ਹ ਦਾ, ਤੇ ਉਹ ਪੂਰੇ ਕੰਟਰੀ ਦੇ ਵਿੱਚ ਪੰਜਾਬ ਨੇ ਹੀ ਐਕਸੈਪਟ ਕੀਤਾ ਸੀ। ਪੰਜਾਬ ਦੇ ਵਿੱਚ ਕਪੂਰਥਲਾ ਤੇ ਨਾਭਾ ਦੇ ਵਿੱਚ 2 ਓਪਨ ਜੇਲ੍ਹ ਬਣਾਈਆਂ ਸੀ। ਉਹ ਕਪੂਰਥਲਾ ਵਾਲੀ ਤਾਂ ਇਹਨਾਂ ਨੇ ਵੇਚਤੀ ਹੈ, ਹੁਣ ਮੈਨੂੰ ਨਹੀਂ ਪਤਾ ਕਿ ਉਹ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ, ਉਹ ਮੈਨੂੰ ਲੱਗਦਾ ਵੇਚਤੀ ਇਹਨਾਂ ਨੇ। ਲੇਕਿਨ ਨਾਭਾ ਵਾਲੀ ਓਪਨ ਜੇਲ੍ਹ ਹਜੇ ਵੀ ਚੱਲ ਰਹੀ ਹੈ। ਉਹਦੇ ਵਿੱਚ ਇਹ ਹੈਗਾ ਕਿ ਤੁਸੀਂ ਕੈਦੀਆਂ ਨੂੰ ਕੰਮਾਂ ਕਾਰਾਂ ਲਈ ਬਾਹਰ ਲੈ ਕੇ ਆਉਂਦੇ ਹੋ ਤੇ ਉਹਨਾਂ ਨੂੰ ਪੂਰੀ ਛੂਟ ਦਿੰਦੇ ਹੋ ਕਿ ਤੁਸੀਂ ਆ ਖੇਤੀਬਾੜੀ ਕਰੋ ਜਾਂ ਕੁਝ ਹੋਰ ਕਰੋ, ਫਿਰ ਸ਼ਾਮ ਨੂੰ ਤੁਸੀਂ ਉਹਨਾਂ ਨੂੰ ਅੰਦਰ ਲੈ ਜਾਂਦੇ ਹੋ। ਉਹ ਤੁਹਾਡੇ ਬਿਹੇਵੀਅਰ ਨੂੰ ਦੇਖਦੇ ਆ ਕਿ ਤੁਹਾਡੇ ਬਿਹੇਵੀਅਰ 'ਚ ਕਿੰਨਾ ਕੁ ਚੇਂਜ ਆ ਰਿਹਾ। ਫਿਰ ਅਗਰ ਉਹਨਾਂ ਨੂੰ ਲੱਗਦਾ ਕਿ ਹਾਂ ਵਾਕਈ ਚੇਂਜ ਆ ਰਿਹਾ ਹੈ, ਕੁਝ ਚੇਂਜ ਕੀਤੀ ਜਾ ਸਕਦੀ ਹੈ, ਤਾਂ ਉਹਨਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਵੀ ਇਹਨਾਂ ਨੂੰ ਅਰਲੀ ਛੱਡਿਆ ਵੀ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਕਾਨੂੰਨਾਂ ਦੇ ਵਿੱਚ ਚੇਂਜ ਹੋਣ ਵਾਲੀਆਂ ਹੈਗੀਆਂ ਨੇ, ਤੇ ਉਹ ਹੁਣ ਅਜੀ ਡਿਟੇਲਸ ਦੀਆਂ ਆਣੀਆਂ ਨੇ। ਮੈਨੂੰ ਲੱਗਦਾ ਕਿ ਜਦੋਂ ਡਿਟੇਲਸ ਆਣਗੀਆਂ ਫਿਰ ਇਸ ਤੇ ਇੱਕ ਲੰਬੀ ਬਹਿਸ ਹੋਰ ਵੀ ਛਿੜੇਗੀ, ਫਿਰ ਆਪਾਂ ਉਸ ਤੋਂ ਬਾਅਦ ਡਿਸਕਸ ਕਰਾਂਗੇ। ਇਸ ਤੋਂ ਜਦੋਂ ਪੂਰਾ ਐਕਟ ਆ ਗਿਆ, ਹਜੇ ਐਕਟ ਆਇਆ ਨਹੀਂ ਹੈ, ਮੈਂ ਤਾਂ ਮੋٹے ਜਿਹੜੇ ਫੀਚਰਸ ਨਹੀਂ ਉਹੀ ਤੁਹਾਨੂੰ ਦੱਸ ਰਿਹਾ। ਮੈਨੂੰ ਇੰਦਰਪ੍ਰੀਤ ਜੀ 2 ਖਬਰਾਂ ਦਾ ਟ੍ਰੈਂਡ ਸੈੱਟ ਕਰ ਰਹੇ ਆ, ਤੇ ਦੂਜੀ ਖਬਰ ਵੀ ਲੈ ਲਓ। ਕੱਲ ਮੁੱਖ ਮੰਤਰੀ ਸਾਹਿਬ ਨੇ ਗ੍ਰੀਨ ਸਟੈਂਪ ਪੇਪਰ ਬਹੁਤ ਸ਼ਾਨੋ ਸ਼ੌਕਤ ਨਾਲ ਰਿਲੀਜ਼ ਕੀਤਾ ਹੈ। ਮਤਲਬ ਇਹ ਐਲਾਨਨਾਮਾ ਹੈ ਕਿ ਇੰਡਸਟਰੀ ਨੂੰ ਕੋਈ ਪੰਗਾ ਨਹੀਂ ਹੁਣ, ਆਓ ਇੱਕੋ ਹੀ ਗ੍ਰੀਨ ਪੇਪਰ ਦੇ ਉੱਤੇ ਸਭ ਕੁਝ ਦਿੱਤਾ ਤੁਹਾਨੂੰ 2 ਹਫ਼ਤਿਆਂ 'ਚ। ਤੇ ਇਹ ਜਿਹੜੇ ਸਨਅਤਕਾਰ ਆ, ਇਹ ਕਿਉਂ ਗੁੱਸੇ ਹੋਈ ਫਿਰਦੇ ਆ? ਇਹ ਕਹਿੰਦੇ ਜੀ ਸਾਨੂੰ ਫਾਇਦਾ ਨਹੀਂ, ਸਾਨੂੰ ਤਾਂ ਬੰਨ ਲਿਆ ਤੁਸੀਂ। ਪਹਿਲਾਂ ਅਸੀਂ ਰਜਿਸਟਰੀ ਕਰਾਉਂਦੇ ਸੀ, ਉਸ ਤੋਂ ਬਾਅਦ ਬਾਕੀ ਚੀਜ਼ਾਂ ਕਰਦੇ ਸੀ। ਹੁਣ ਰਜਿਸਟਰੀ ਦੇ ਨਾਲ ਤੁਸੀਂ ਸਾਡੇ ਕੋਲ ਸਾਰੇ ਪੈਸੇ ਲੈ ਕੇ ਸੁਰਖਰੂ ਹੋ ਕੇ ਆਪ ਤੇ ਬਹਿਣਾ ਚਾਹੁੰਦੇ ਹੋ, ਸਾਨੂੰ ਫਸਾਉਣਾ ਚਾਹੁੰਦੇ ਹੋ। ਇਹ ਕੀ ਚੱਕਰ ਹੈ? ਰੰਧਾਵਾ ਸਾਹਿਬ ਦੇਖੋ, ਜਿਹੜਾ ਚੀਫ ਮਿਨਿਸਟਰ ਨੇ ਐਲਾਨ ਕੀਤਾ ਹੈ, ਉਹ ਤਾਂ ਉਹਨਾਂ ਨੇ ਤੇ ਕਲੇਮ ਇਹੀ ਕੀਤਾ ਕਿ ਮੈਂ ਜਿਹੜਾ ਫੈਸਲਾ ਲੈ ਰਿਹਾ, ਇਹ ਇੰਡਸਟਰੀਲਿਸਟਾਂ ਨਾਲ ਮਿਲ ਕੇ, ਮਤਲਬ ਜਿਹੜੀ ਉਹਨਾਂ ਨਾਲ ਗੱਲ ਹੋਈ ਹੈ, ਚਾਹੇ ਮੈਂ ਜਦੋਂ ਚੇਨਈ ਗਿਆ, ਬੰਬੇ ਗਿਆ, ਦਿੱਲੀ ਗਿਆ, ਜਿੱਥੇ ਵੀ ਮੈਂ ਗਿਆ, ਉੱਥੇ ਜਿਹੜੇ ਲੋਕਾਂ ਨੇ ਮੈਨੂੰ ਕਿਹਾ, ਸੁਝਾਅ ਦਿੱਤੇ ਨੇ ਵੀ ਸਾਡੀ ਆਹ ਡਿਮਾਂਡ ਹੈ, ਸਾਡੀ ਆਹ ਡਿਮਾਂਡ ਪੂਰੀ ਕਰ ਦਿਓ, ਉਸ ਤੋਂ ਉੱਤੇ ਉਹਦੇ ਆਧਾਰ ਤੇ ਲਿੱਤਾ। ਮੈਂ ਕੋਈ ਆਪਣੇ ਤੌਰ ਤੇ ਨਹੀਂ ਲਿੱਤਾ ਇਹ ਫੈਸਲਾ। ਉਹਨਾਂ ਨਾਲ ਜੋ ਗੱਲਾਂ ਕੀਤੀਆਂ ਨੇ, ਇੱਥੇ ਵੀ ਕਹਿੰਦੇ ਜੋ ਇੰਡਸਟਰੀਲਿਸਟ ਆਏ ਸੀ ਉਹਨਾਂ ਦੀ ਵੀ ਇਹੀ ਡਿਮਾਂਡ ਸੀ ਵੀ ਸਾਨੂੰ ਇੱਕ ਪਰਮਿਸ਼ਨ ਲੈਣ ਲਈ ਵੱਖ-ਵੱਖ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਆ। ਤਾਂ ਉਹਨਾਂ ਨੇ ਹੁਣ ਕਹਿੰਦੇ ਅਸੀਂ ਇਹ ਚੇਂਜ ਕੀਤੀ ਹੈ ਕਿ ਸਾਨੂੰ ਤੁਸੀਂ ਸਿਰਫ ਇਹ ਦਿਖਾਓ ਕਿ ਤੁਹਾਡੀ ਜ਼ਮੀਨ ਕਿੱਥੇ ਹੈ, ਉਹਦਾ ਖਸਰਾ ਨੰਬਰ ਪੋਰਟਲ ਤੇ ਤੁਸੀਂ ਪਾ ਦਿਓ, ਸਾਡੀ ਹੀ ਟੀਮ ਜਾਏਗੀ ਉੱਥੇ, ਉਹਨੂੰ ਇਨਸਪੈਕਟ ਕਰੇਗੀ, ਔਰ ਉਸ ਲਈ ਜਿਹੜੀ ਵੀ ਚੀਜ਼ਾਂ ਦੀ ਮਨਜ਼ੂਰੀਆਂ ਨੇ, ਚਾਹੇ ਉਹ ਫਾਇਰ ਸੇਫਟੀ ਸਿਸਟਮ ਹੋਣ, ਚਾਹੇ ਫੋਰੈਸਟ ਦੇ ਹੋਣ, ਚਾਹੇ CLU ਹੋਵੇ, ਚਾਹੇ ਕੋਈ ਹੋਰ ਹੋਣ, ਇਹ ਸਾਰੇ ਨਾਲ ਦੀ ਨਾਲ ਇੱਕੋ ਚ ਦੇਤਾ ਜਾਊਗਾ 15 ਦਿਨ ਦੇ ਅੰਦਰ। ਔਰ ਜਦੋਂ ਤੁਸੀਂ ਇਹ ਸਾਰੀਆਂ ਕਲੀਅਰ ਹੋ ਗਈਆਂ ਤਾਂ ਤੁਸੀਂ ਇੱਕ ਗ੍ਰੀਨ ਸਟੈਂਪ ਪੇਪਰ ਲੈਣਾ, ਉਹਦੇ ਤੇ ਰਜਿਸਟਰੀ ਕਰਾ ਲਓ, ਤੇ ਸਮਝੋ ਤੁਹਾਡੀ ਸਾਰੀਆਂ ਫੀਸਾਂ ਸਾਡੇ ਕੋਲ ਆ ਗਈਆਂ, ਤੁਹਾਨੂੰ ਕੋਈ ਵੀ ਜਿਹੜਾ ਇੰਸਪੈਕਟਰ ਹੈ ਉਹ ਤੰਗ ਨਹੀਂ ਕਰੂਗਾ। ਸੋ ਇਹ ਜਿਹੜੀ ਗੱਲ ਹੈਗੀ ਹੈ, ਇਹ ਇੱਕ ਹੈ। ਜਿਹੜੀ ਦੂਜੀ ਗੱਲ ਡਿਫਰੈਂਟ ਹੈ, ਇਹਦੇ ਚ ਡਿਫਰੈਂਸ ਹੈ, ਉਹ ਇਹ ਹੈਗਾ ਕਿ
ਇਹ ਇੱਕੋ ਟਾਈਮ ਲਈ ਇਹ ਨਹੀਂ ਹੈ ਕਿ ਤੁਸੀਂ ਇਹਨੂੰ ਬਾਰ-ਬਾਰ ਫਿਰ ਚੇਂਜ ਨਹੀਂ ਕਰ ਸਕਦੇ। ਦੇਖੋ ਫਾਇਰ ਸੇਫਟੀ ਸਿਸਟਮ ਨੇ ਜਿਹੜੇ ਉਹ ਹਰ 3 ਸਾਲ ਬਾਅਦ ਚੇਂਜ ਕਰਨੇ ਹੀ ਹੁੰਦੇ ਨੇ। ਮਤਲਬ ਤੁਹਾਨੂੰ ਇਹ ਇਨਸਪੈਕਟ ਕਰਨਾ ਹੀ ਪਊਗਾ ਕਿਸੇ ਵੀ ਉੱਥੇ ਜਾ ਕੇ ਕਿ ਤੁਹਾਡੇ ਫਾਇਰ ਸੇਫਟੀ ਸਿਸਟਮ ਨੇ ਜਿਹੜੇ ਉਹ ਕੰਮ ਕਰ ਰਹੇ ਹੈ ਕਿ ਨਹੀਂ ਕਰ ਰਹੇ। ਅੰਦਰ ਮਤਲਬ ਗਲੀ ਦੇ ਅੰਦਰ ਜਾਣ ਵਾਸਤੇ ਜਿਹੜਾ ਇਹ ਟਰੱਕ ਹੁੰਦਾ ਉਹ ਜਾ ਸਕਦਾ ਹੈ, ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇਸੇ ਤਰ੍ਹਾਂ ਪੋਲੂਸ਼ਨ ਨਾਲ ਸੰਬੰਧਿਤ ਨੇ। ਅੱਜ ਠੀਕ ਹੈ ਕੋਈ ਇੰਡਸਟਰੀ ਪੋਲੂਸ਼ਨ ਨਹੀਂ ਕਰ ਰਹੀ, ਤੁਸੀਂ ਉਹਨੂੰ ਗ੍ਰੀਨ ਸਿਗਨਲ ਦੇਤਾ, ਪਰ ਕੱਲ ਉਹ ਨਹੀਂ ਕਰੂਗੀ ਕੀ ਇਹਦੀ ਦਾਅਵੇਦਾਰੀ ਹੋ ਸਕਦੀ ਹੈ? ਕੱਲ ਉਹ ਪਾਣੀ ਆਪਣਾ ਗੰਦਾ ਜ਼ਮੀਨਾਂ ਦੇ ਥੱਲੇ ਨਹੀਂ ਪਾਊਗੀ, ਕੀ ਇਹ ਕਲੇਮ ਕੀਤਾ ਜਾ ਸਕਦਾ ਹੈ? ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਟਾਈਮ ਟੂ ਟਾਈਮ ਤਾਂ ਅੱਗੇ ਆਣੇ ਹੀ ਨੇ ਔਰ ਇਹ ਉਸੇ ਤਰ੍ਹਾਂ ਹੀ ਐਡਰੈਸ ਹੋਣੇ ਨੇ। ਕਿਸੇ ਵੀ ਇੰਡਸਟਰੀ ਨੂੰ ਇੱਕੋ ਟਾਈਮ ਦੇ ਵਿੱਚ ਇਹ ਨਹੀਂ ਦਿੱਤੀ ਜਾ ਸਕਦੀ ਸੁਵਿਧਾ ਕਿ ਤੁਸੀਂ ਉਹਨੂੰ ਅੱਜ ਹੀ ਦੇਤੀ ਤੇ ਮੁੜ ਕੇ ਤੁਹਾਨੂੰ ਕੋਈ ਇੰਸਪੈਕਟਰ ਤੰਗ ਨਹੀਂ ਕਰੇਗਾ। ਹਾਂ ਕੁਝ ਚੀਜ਼ਾਂ ਹੋ ਸਕਦੀਆਂ ਨੇ ਜਿਵੇਂ CLU ਹੈ, ਠੀਕ ਹੈ ਤੁਸੀਂ CLU ਪਹਿਲਾਂ ਲੈ ਲਿਆ, ਕੋਈ ਹੋਰ ਰਜਿਸਟਰੀਆਂ ਦੀ ਫੀਸਾਂ ਨੇ ਤੁਸੀਂ ਪਹਿਲਾਂ ਲੈ ਲਈਆਂ, ਇਹ ਸਭ ਤਾਂ ਹੋ ਸਕਦੀਆਂ ਨੇ। ਲੇਕਿਨ ਇਹ ਨਹੀਂ ਹੋ ਸਕਦਾ ਕਿ ਤੁਸੀਂ ਜਿਹੜੀਆਂ এনवायरमेंट ਨਾਲ ਸੰਬੰਧਿਤ ਜਿਹੜੇ ਹੈਗੇ ਨੇ ਜਾਂ ਕੀ ਨਾਮ ਹੈ ਫਾਇਰ ਸੇਫਟੀ ਸਿਸਟਮ ਨੇ ਇਹਨਾਂ ਨੂੰ ਵੀ ਨਾਲ ਹੀ ਦੇ ਕੇ ਤੁਸੀਂ ਕਹੋ ਵੀ ਹੁਣ ਤੁਸੀਂ ਸੁਰਖਰੂ ਹੋ ਗਏ। ਸੋ ਇਹਦੇ ਚ ਕਈ ਹਜੇ ਲਕੂਨੇ ਹੈਗੇ ਨੇ। ਮੈਨੂੰ ਲੱਗਦਾ ਕਿ ਚਲੋ ਇੱਕ ਕਦਮ ਉਸ ਦਿਸ਼ਾ ਵੱਲ ਵਧਾਤਾ ਹੈ। ਜਿਹੜੀਆਂ ਚੀਜ਼ਾਂ ਗਲਤ ਹੋਣਗੀਆਂ ਉਹਨੂੰ ਕਰੈਕਟ ਵੀ ਕੀਤਾ ਜਾ ਸਕਦਾ ਹੈ, ਪਰ ਆਮ ਤੌਰ ਤੇ ਹੁੰਦਾ ਇਹੀ ਹੈ ਕਿ ਅਸੀਂ ਕਦਮ ਕੋਈ ਐਸੇ ਕਰਕੇ ਨਹੀਂ ਅੱਗੇ ਵਧਾਉਂਦੇ ਕਿ ਯਾਰ ਇਹ ਗਲਤ ਨਾ ਸਾਬਿਤ ਹੋ ਜਾਏ। ਗਲਤ ਠੀਕ ਕੀਤੇ ਜਾ ਸਕਦੇ ਨੇ, ਪਰ ਜੇ ਕੁਝ ਕੀਤਾ ਹੀ ਨਹੀਂ ਜਾਊਗਾ ਤਾਂ ਫਿਰ ਠੀਕ ਵੀ ਨਹੀਂ ਹੋਊਗਾ ਔਰ ਗਲਤ ਵੀ ਨਹੀਂ ਹੋਊਗਾ। ਨਹੀਂ ਵੈਸੇ ਤਾਂ ਇਹ ਪਹਿਲ ਹੋਣੀ ਚਾਹੀਦੀ ਹੈ। ਜਿਹੜਾ ਇੰਸਪੈਕਟਰੀ ਰਾਜ ਹੈ ਇਹਨੇ ਨੱਕ 'ਚ ਦਮ ਵੀ ਕੀਤਾ, ਕਰਪਸ਼ਨ ਇੱਥੋਂ ਨਿਕਲਦੀ ਹੈ। ਇਹ ਗੱਲ ਤੁਹਾਡੀ ਠੀਕ ਹੈ ਕਿ ਜਿੱਥੇ ਜਿੱਥੇ ਵੀ ਕੋਈ ਕਮੀ ਘਾਟ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਜਿਹੜੇ ਸਨਅਤਕਾਰ ਹੈ ਉਹਨਾਂ ਨੂੰ ਸੈਟੀਸਫਾਈ ਕਿਵੇਂ ਕਰੋਗੇ? ਵੈਸੇ ਸਾਰਿਆਂ ਨੂੰ ਸੈਟੀਸਫਾਈ ਕਰਨਾ ਤੇ ਹੁੰਦਾ ਔਖਾ ਹੀ ਹੈ। ਮੈਨੂੰ ਲੱਗਦਾ ਹੁਣ ਮੌਕਾ ਆ ਗਿਆ ਕਿ ਪੰਜਾਬ ਦੇ ਅੰਦਰੋਂ ਇੰਡਸਟਰੀ ਲਾਉਣ ਲਈ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ। ਹੁਣ ਸਾਨੂੰ ਬਾਹਰ ਨਹੀਂ ਝਾਕਣਾ ਚਾਹੀਦਾ। ਸਰਕਾਰ ਆਪਣੇ ਬੱਚਿਆਂ ਨੂੰ, ਆਪਣੇ ਉਦਮੀਆਂ ਨੂੰ ਇਸ ਤਰ੍ਹਾਂ ਤਿਆਰ ਕਰੇ ਕਿ ਉਹ ਇੱਥੇ ਇੰਡਸਟਰੀ ਲਾਉਣ। ਇੱਕ ਤਾਂ ਇਹਦੇ ਨਾਲ ਬ੍ਰੇਨ ਡਰੇਨ ਰੁਕੂਗਾ, ਇਹਦੇ ਨਾਲ ਸਾਡਾ ਪ੍ਰਵਾਸ ਰੁਕੂਗਾ, ਇਹਦੇ ਨਾਲ ਸਾਡਾ ਸਰਮਾਇਆ ਜਿਹੜਾ ਬਾਹਰ ਜਾ ਰਿਹਾ ਉਹ ਰੁਕੂਗਾ। ਪਰ ਇਹਦੇ ਨਾਲ ਨਾਲ ਤੁਹਾਡੇ ਜਦੋਂ ਆਪਣੇ ਬੰਦੇ ਕੋਈ ਇੰਡਸਟਰੀ ਲਾਉਂਦੇ ਆ ਉਹ ਭੱਜਣਗੇ ਨਹੀਂ, ਉਹ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਦੇਣਗੇ ਔਰ ਉਹ ਜਿਹੜੀ ਉੱਥੋਂ ਆਊਟਪੁੱਟ ਹੈ, ਜਿਹੜੀ ਉੱਥੋਂ ਪ੍ਰੋਫਿਟ ਹੈ, ਉੱਥੋਂ ਨਿਕਲਣ ਵਾਲੇ ਪੈਸੇ, ਉਹਨਾਂ ਦੀ ਇਨਵੈਸਟਮੈਂਟ ਫਿਰ ਪੰਜਾਬ 'ਚ ਹੀ ਹੋਊਗੀ। ਉਹ ਕੋਠੀਆਂ ਬਣਾਉਣਗੇ, ਪਰਚੇਜ ਪਾਵਰ, ਬਾਕੀ ਸਾਰੀਆਂ ਕਾਰਾਂ ਵੱਡੀਆਂ ਖਰੀਦਣਗੇ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਿਹਾ। ਵੈਸੇ ਭਾਸਕਰ ਸਾਹਿਬ ਤੁਹਾਡੇ ਹਿੱਸੇ ਦੀਆਂ 2 ਖਬਰਾਂ ਨੇ। ਵੈਸੇ ਅਟਾਰੀ ਸਟੇਸ਼ਨ ਦੇ ਉੱਤੇ ਜਿਹੜੀ ਖੇਪ ਆਉਂਦੀ ਆ ਝਾੜੂਆਂ ਦੀ, ਇਹ ਝਾੜੂ ਦਾ ਮਾਮਲਾ ਕੋਈ ਆਮ ਆਦਮੀ ਪਾਰਟੀ ਨਾਲ ਬਿਲਕੁਲ ਨਾ ਨੂੰ ਜੋੜ ਕੇ ਦੇਖੇ। ਹੁਣ ਉਹਨਾਂ ਨੇ ਆਮ ਆਦਮੀ, ਇਹ ਆਮ ਸਾਡੀ ਨਾ ਜ਼ਬਾਨ ਤੇ ਹੁੰਦਾ ਸੀ ਆਮ ਆਦਮੀ, ਆਮ ਆਦਮੀ, ਹੁਣ ਉਹ ਵੀ ਬਦਲਣਾ ਪੈ ਗਿਆ, ਜਾ ਜੁੜਦਾ ਸਿੱਧਾ ਪਾਰਟੀ ਨਾਲ। ਮਤਲਬ ਵੇਖੋ ਕਿੱਡਾ ਬ੍ਰੇਨ ਕਿੱਡਾ ਵੱਡਾ ਹੈ ਕੇਜਰੀਵਾਲ ਸਾਹਿਬ ਦਾ, ਵੀ ਉਹਨਾਂ ਨੇ ਆਸਾਨੀ ਨਾਲ ਕਈ ਇਹੋ ਜਿਹੇ ਸ਼ਬਦ ਜਿਹੜੇ ਹਰ ਬੰਦੇ ਦੇ ਮੂੰਹ ਤੇ ਹੁੰਦੇ ਆ ਉਹ ਆਪਣੀ ਜੇਬ 'ਚ ਪਾ ਲਏ। ਜੀ ਬਿਲਕੁਲ। ਪਹਿਲੇ ਉਹ ਜਿਹੜਾ ਸਟਾਂਪ ਪੇਪਰ ਦੀ ਗੱਲ ਹੈਗੀ ਆ, ਇਹ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਵੀ ਇਹ ਤੇ ਜਿਹੜੀ ਨਵੀਂ ਇੰਡਸਟਰੀ ਲਾਉਣਾ ਚਾਹੁੰਦੇ ਆ ਨਾ, ਕਿਉਂਕਿ ਬਹੁਤ ਵਾਰ ਇਹ ਦੇਖਿਆ ਹੈ ਕਿ ਪਰਮਿਸ਼ਨਾਂ ਦੇ ਗੇੜੇ ਦੇ ਵਿੱਚ ਪੈ ਕੇ ਇੰਡਸਟਰੀ ਲਾਉਣ ਤੋਂ ਪਹਿਲੇ ਹੀ ਉਹ ਇੰਨਾ ਕੁ ਦੁਖੀ ਹੋ ਜਾਂਦਾ ਇੰਡਸਟਰੀਜ਼ ਕਿ ਯਾਰ ਇਹ ਮਤਲਬ ਇੱਕ ਡਿਪਾਰਟਮੈਂਟ ਤੇ ਪਰਮਿਸ਼ਨ ਲਓ, ਫਿਰ ਦੂਜੇ ਤੋਂ, ਫਿਰ ਤੀਜੇ ਤੋਂ, ਫਿਰ ਚੌਥੇ ਤੋਂ। ਇਸ ਗ੍ਰੀਨ ਸਟੈਂਪ ਵਾਲਾ ਆਈਡੀਆ ਤੇ ਬਹੁਤ ਵਧੀਆ ਹੈ ਔਰ ਇਹਦੇ ਵਿੱਚ ਤੁਸੀਂ ਉਹਨਾਂ ਸਾਰੀ ਪਰਮਿਸ਼ਨਾਂ ਨੂੰ 15 ਦਿਨਾਂ ਦੇ ਵਿੱਚ ਤੁਹਾਡੇ ਆਪਣੇ ਘਰ ਪਹੁੰਚ ਜਾਏਗੀ। ਇਹ ਇੱਕ ਵਾਅਦਾ ਕਰਨਾ ਬਹੁਤ ਵੱਡੀ ਪਹਿਲ ਹੈ ਔਰ ਪੂਰੇ ਇੰਡੀਆ ਦੇ ਵਿੱਚ ਇਹ ਪਹਿਲਾ ਸੂਬਾ ਹੋਏਗਾ ਜਿਹਦੇ ਵਿੱਚ ਇਦਾਂ ਦੀ ਚੀਜ਼ ਸ਼ੁਰੂ ਹੋਈ ਹੈ, ਜੇ ਵਧੀਆ ਚੱਲਦੀ ਹੈ। ਕਿਉਂਕਿ ਸਿੰਗਲ ਵਿੰਡੋ ਸਿਸਟਮ ਦੀ ਗੱਲਾਂ ਸਾਰੀ ਸਰਕਾਰਾਂ ਨੇ ਕੀਤੀ ਇਸ ਤੋਂ ਪਹਿਲੇ, ਪਰ ਉਹ ਕਦੀ ਵੀ ਸਿੰਗਲ ਵਿੰਡੋ ਸਿਸਟਮ ਚੱਲਿਆ ਨਹੀਂ। ਗੁਜਰਾਤ ਦੇ ਵਿੱਚ ਗੁਜਰਾਤ ਮਾਡਲ ਇਸ ਕਰਕੇ ਤਿਆਰ ਹੋਇਆ ਕਿ ਜਦ ਵੀ ਇਸ ਤਰ੍ਹਾਂ ਦੀ ਇੰਡਸਟਰੀ ਕੋਈ ਇੰਡਸਟਰੀਅਲ ਯੂਨਿਟ ਲਾਉਣ ਵਾਸਤੇ ਗੁਜਰਾਤ ਜਾਂਦੀ ਸੀ ਤੇ ਸਾਰਾ ਡਿਪਾਰਟਮੈਂਟ ਇੱਕ ਜਗ੍ਹਾ ਇਕੱਠੇ ਹੋ ਕੇ ਨਾਲ ਦੇ ਨਾਲ ਮੁੱਖ ਮੰਤਰੀ ਜਾਂ ਕੰਸਰਨਡ ਮਿਨਿਸਟਰ ਦੀ ਲੀਡਰਸ਼ਿਪ ਦੇ ਵਿੱਚ ਉਸ ਪਰਮਿਸ਼ਨਾਂ ਨੂੰ ਪੈਂਦੇ ਸੱਟੇ ਦੇ ਦਿੱਤਾ ਜਾਂਦਾ ਸੀਗਾ। ਉਹਦੀ ਪਹਿਲ ਪੰਜਾਬ ਦੇ ਵਿੱਚ ਹੋਣਾ ਇਹ ਨਹੀਂ ਹੈ ਕਿ ਤੁਹਾਨੂੰ ਇੱਕ ਵਾਰ ਇਹ ਪਹਿਲ ਮਿਲ ਗਈ ਜਾਂ ਇਹ ਸਾਰੀ ਕਲੀਅਰੈਂਸ ਮਿਲ ਗਈ ਤੇ ਇਹਦੋਂ ਬਾਅਦ ਤੁਸੀਂ ਜੋ ਮਰਜ਼ੀ ਕਰੋ। ਗ੍ਰੀਨ ਪੇਪਰ ਦਿਖਾ ਕੇ ਉਹ ਪਰਮਿਸ਼ਨਾਂ ਤੇ ਦਿਖਾਈ ਜਾਂਦੀ ਹੈ, ਪਰ ਵਾਇਓਲੇਸ਼ਨ ਦੇ ਵਾਸਤੇ ਉਹ ਪਰਟੀਕੁਲਰ ਇੰਡਸਟਰੀਅਲ ਯੂਨਿਟ ਉਹ ਹੀ ਰਿਸਪੌਂਸਿਬਲ ਹੋਏਗਾ। ਟਾਈਮ ਟੂ ਟਾਈਮ ਜਿਹੜੀ ਡਿਪਾਰਟਮੈਂਟਾਂ ਦੀ ਵਿਭਾਗਾਂ ਦੀ ਚੈਕਿੰਗ ਹੁੰਦੀ ਹੈ ਉਹਦੇ ਬਾਰੇ 'ਚ ਇਹ ਸਟੈਂਪ ਪੇਪਰ ਦਾ ਕੋਈ ਬਹੁਤਾ ਰੋਲ ਨਹੀਂ ਹੈ। ਹੁਣ ਗੱਲ ਕਰੀਏ ਉਹ ਝਾੜੂ ਦੀ, ਉਸ ਝਾੜੂ ਦੀ ਜਿਹੜੀ ਪਾਕਿਸਤਾਨ ਤੋਂ ਇੱਕ ਖੇਪ ਆਈ ਸੀ 4000 ਝਾੜੂਆਂ ਦੀ, ਪਰ ਇਹ ਹੁਣੇ ਨਹੀਂ ਆਈ।
ਅਪ੍ਰੈਲ ਦੇ ਮਹੀਨੇ ਦੇ ਵਿੱਚ 4000 ਝਾੜੂ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਅਟਾਰੀ ਬਾਰਡਰ ਦੇ ਵਿੱਚ ਇੱਕ ਟੈਂਪੂ ਜਿਹਾ ਆਇਆ ਸੀਗਾ। ਉਹ ਆਇਆ ਟੈਂਪੂ ਦੇ ਵਿੱਚ ਜਦ ਬਿਲਬੁਲ ਆਈਸੀਪੀ ਦੇ ਵਿੱਚ ਜਿਹੜੇ ਚੈੱਕ ਪੋਸਟ ਹੈ, ਇੰਟੀਗ੍ਰੇਟਿਡ ਚੈੱਕ ਪੋਸਟ, ਉੱਥੇ ਜਦ ਬਿਲਬੁਲ ਚੈੱਕ ਕੀਤੇ, ਕਹਿੰਦੇ ਇਹਦਾ ਕੋਈ ਜੀਐਸਟੀ ਨਹੀਂ ਹੈ। ਤੇ ਅਪ੍ਰੈਲ ਤੋਂ ਉਹ ਝਾੜੂ ਦੇ ਥੈਲੇ ਵੱਖਰੇ ਜਿਹੇ ਕਰਕੇ ਰੱਖਤੇ ਕਿ ਜਦੋਂ ਦੇਖਾਂਗੇ ਕੋਈ ਲੈਣ ਆਏਗਾ। ਫਿਰ ਪਹੁੰਚ ਗਏ ਉੱਥੇ ਇੱਕ ਪਤੀ ਪਤਨੀ, ਔਰ ਕਥਿਤ ਤੌਰ ਤੇ ਉਹ ਅਫਗਾਨਿਸਤਾਨ ਦਾ ਹੀ ਕੋਈ ਰੈਜ਼ੀਡੈਂਟ ਸੀਗਾ ਜਿਹੜਾ ਇੱਥੇ ਰਹਿੰਦਾ ਸੀਗਾ ਕਾਫੀ ਸਾਲ ਤੋਂ, ਉਹਦੀ ਪਤਨੀ ਇੰਡੀਅਨ ਸੀਗੀ। ਉਹ ਦੋਨੋਂ ਪਤੀ ਪਤਨੀ ਪਹੁੰਚੇ, ਉਹਨਾਂ ਨੇ ਕਿਹਾ ਜੀ ਸਾਡੇ ਝਾੜੂ ਤੁਸੀਂ ਰਿਲੀਜ਼ ਕਿਉਂ ਨਹੀਂ ਕੀਤੇ? ਉਹ ਕਹਿੰਦੇ ਜੀ ਤੁਹਾਡੇ ਬਿੱਲਾਂ ਦੇ ਵਿੱਚ ਕੋਈ ਗੜਬੜ ਸੀ। ਤੇ ਮੈਡਮ ਜਿਹੜੀ ਸੀਗੀ, ਜਿਹੜੇ ਕਪਲ ਆਏ ਸੀਗੇ, ਉਹ ਆਈਸੀਪੀ ਤੇ ਅਫਸਰਾਂ ਨਾਲ ਲੜ ਪਈ। ਲੜਨ ਤੋਂ ਬਾਅਦ ਕਹਿੰਦੇ ਵੀ ਮੈਂ ਅਪ੍ਰੈਲ ਦੇ ਮਹੀਨੇ ਦੇ ਝਾੜੂ ਮੰਗਾਏ ਹੋਏ ਨੇ, ਔਰ ਤੁਸੀਂ ਇਹ ਮਈ ਆ ਗਿਆ, ਮਹੀਨੇ ਤੋਂ ਸਾਡੇ ਝਾੜੂ ਕਲੀਅਰ ਨਹੀਂ ਕੀਤੇ। ਅਫਸਰਾਂ ਨੂੰ ਚੜ ਗਿਆ ਗੁੱਸਾ, ਉਹਨਾਂ ਨੇ ਝਾੜੂ ਪੁੱਠੇ ਸਿੱਧੇ ਕਰਕੇ ਦੇਖੇ ਤੇ ਇੱਕ ਝਾੜੂ ਨੂੰ ਤੋੜਨ ਤੋਂ ਬਾਅਦ ਅੰਦਰੋਂ ਕੁਝ ਮਸਾਲਾ ਜਿਹਾ ਨਿਕਲਿਆ। ਬਾਅਦ ਚੋਂ ਚੈੱਕ ਕੀਤਾ ਤੇ ਉਹਦੇ ਵਿੱਚ ਹੈਰੋਇਨ ਸੀ, ਕਿਉਂਕਿ 4000 ਝਾੜੂਆਂ ਦੇ ਵਿੱਚੋਂ 454 ਝਾੜੂਆਂ ਦੇ ਵਿੱਚ ਇਹ ਅਫੀਮ, ਜਿਹਦੀ ਅਗਰ ਕਹੀਏ ਕੁਆਂਟੀਟੀ ਕਹੀਏ ਤੇ 5 ਕਿਲੋ 480 ਗ੍ਰਾਮ ਹੈਰੋਇਨ ਉਹਦੇ ਵਿੱਚੋਂ ਨਿਕਲੀ। ਉਸ ਤੋਂ ਬਾਅਦ ਉਸ ਕਪਲ ਨੂੰ ਤੇ ਧਰ ਲਿਆ ਗਿਆ। ਇਹ ਪਹਿਲੀ ਵਾਰ ਨਹੀਂ ਹੈ ਜਦ ਆਈਸੀਪੀ ਜਾਂ ਅਟਾਰੀ ਬਾਰਡਰ ਦੇ ਥਰੂ ਇਸ ਤਰ੍ਹਾਂ ਦੀ ਖੇਪ ਆਈ ਹੈ, ਕਿਉਂਕਿ ਫੁੱਲ ਬੋਡੀ ਸਕੈਨਰ ਜਿਹਦੇ ਵਿੱਚ ਪੂਰਾ ਟਰੱਕ ਝਾੜ ਕੇ ਅੰਦਰ ਪੂਰਾ ਸਕੈਨਿੰਗ ਹੋ ਜਾਂਦੀ ਹੈ, ਉਹਦੀ ਮੰਗ 2012 ਤੋਂ ਚੱਲ ਰਹੀ ਸੀਗੀ। 2019 ਦੇ ਵਿੱਚ ਫਾਈਨਲੀ ਉਹ ਜਿਹੜਾ ਸਕੈਨਰ ਹੈ ਲੱਗ ਵੀ ਗਿਆ, ਲੇਕਿਨ ਉਸ ਤੋਂ ਬਾਵਜੂਦ ਵੀ ਉਹਦੀ ਚੈਕਿੰਗ ਕੀਤੀ ਗਈ ਤੇ ਪਿਆਜ਼ਾਂ ਦੇ ਵਿੱਚ ਨਮਕ ਦੀ ਥੈਲੀਆਂ ਛੁਪਾ ਕੇ ਕਿ ਵੀ ਇਹ ਫੜ ਲੈਂਦਾ ਸਕੈਨਰ, ਉਹ ਸਕੈਨਰ ਉਹਨੂੰ ਫੜਨ ਦੇ ਵਿੱਚ ਫੇਲ ਹੋ ਗਿਆ। ਫਿਰ 2022 ਦੇ ਵਿੱਚ ਵੀ ਇਦਾਂ ਦੀ ਚੈਕਿੰਗ ਕੀਤੀ, ਤਦ ਵੀ ਉਹ ਸਕੈਨਰ ਕਿਸੇ ਵੀ ਤਰੀਕੇ ਦੀ ਡਰੱਗ ਨੂੰ ਜਾਂ ਕੋਈ ਇਸ ਤਰ੍ਹਾਂ ਦਾ ਸਬਸਟੈਂਸ ਅਗਰ ਲਿਆਇਆ ਜਾਂਦਾ ਹੈ ਤੇ ਉਹਨੂੰ ਚੈੱਕ ਕਰਨ ਵਾਸਤੇ, ਉਹਨੂੰ ਫੜਨ ਵਾਸਤੇ ਉਹ ਫੇਲ ਹੋਇਆ। ਪੈਸਾ ਬਹੁਤ ਲੱਗਿਆ ਉਸ ਸਕੈਨਰ ਦੇ ਉੱਤੇ। ਪਰ ਹੁਣ ਇਸ ਸਾਲ ਦੇ ਐਂਡ ਵਿੱਚ ਦੁਬਾਰਾ ਉਸ ਸਕੈਨਰ ਦੀ ਇੱਕ ਚੈਕਿੰਗ ਹੋਣੀ ਹੈ, ਉਹਨੂੰ ਅਪਗ੍ਰੇਡ ਕਰਕੇ। ਹਾਲਾਂਕਿ ਇਹ ਬਣਿਆ ਜਿੱਥੇ ਹੈ ਸਕੈਨਰ, ਉਹ ਆਪਣੇ ਆਪ ਵਿੱਚ ਨਾਭਾ ਰਿਸਰਚ ਸੈਂਟਰ, ਜਿਹੜਾ ਬਾਬਾ ਰਿਸਰਚ ਸੈਂਟਰ ਹੈ, ਉੱਥੇ ਬਣਿਆ ਹੋਇਆ। ਪਰ ਹੁਣ ਇਹ ਖੇਪ ਪਹਿਲੇ ਮਲੱਠੀ ਦੇ ਵਿੱਚ ਆਇਆ ਸੀ, ਜਿਹੜੀ ਮਲੱਠੀ ਦੇ ਵਿੱਚ 2022 ਦੇ ਵਿੱਚ ਜਿਸ ਤਰੀਕੇ ਨਾਲ ਆਈ ਸੀ ਪਹਿਲੇ ਜਿਹੜੀ ਖੇਪ, ਉਹ ਵੀ ਨਹੀਂ ਫੜੀ ਗਈ ਸੀ ਉਹਨਾਂ ਸਕੈਨਰ ਤੋਂ। ਪਰ ਚਲੋ ਇਹ ਫੜੀ ਗਈ, ਕਪਲ ਅੰਦਰ ਹੋ ਗਿਆ। ਪਰ ਝਾੜੂ ਦੇ ਵਿੱਚ ਆਈ, ਇਹਦੇ ਵਿੱਚ ਹੋ ਸਕਦਾ ਪੰਜਾਬ ਸਰਕਾਰ ਨੂੰ ਆਬਜੈਕਸ਼ਨ ਹੋਏ ਵੀ ਸਾਡੇ ਸਿੰਬਲ ਦਾ ਯੂਜ਼ ਕਿਉਂ ਕੀਤਾ, ਜੇ ਤੁਸੀਂ ਹੀਰੋਇਨ ਲੈਣੀ ਸੀ ਤੇ ਕੋਈ ਹੋਰ ਚੀਜ਼ ਦੇ ਵਿੱਚ ਲੈ ਕੇ ਆਉਂਦੇ। ਪਰ ਇਹ ਹੁਣ ਫੜੀ ਜਾਣ ਤੋਂ ਬਾਅਦ ਅਟਾਰੀ ਬਾਰਡਰ ਦੇ ਉੱਤੇ ਹੁਣ ਐਦਾਂ ਦੀ ਚੀਜ਼ਾਂ ਹੋਰ ਵੀ ਆਉਣਗੀਆਂ ਤੇ ਫੜੀਆਂ ਜਾਣਗੀਆਂ। ਉਹ ਝਾੜੂ ਤੋਂ ਲੈ ਕੇ ਹਰ ਚੀਜ਼ ਨੂੰ ਚੈੱਕ ਚੰਗੀ ਤਰੀਕੇ ਨਾਲ ਕਰਨਗੇ। ਇਹ ਉੱਥੇ ਜਾ ਕੇ ਜਿਹੜੇ ਉਹ ਖਾਸ ਕਰਕੇ ਉਹ ਮੈਡਮ ਜਿਹੜੀ ਲੜੀ ਸੀ, ਉਹਦੇ ਕਰਕੇ ਇਹ ਰੌਲਾ ਜ਼ਿਆਦਾ ਪੈ ਗਿਆ, ਵਰਨਾ ਸ਼ਾਇਦ ਝਾੜੂ ਨਿਕਲ ਹੀ ਜਾਂਦੇ। ਦੇਖੋ, ਪੰਜਾਬ ਦੇ ਵਿੱਚ ਨਸ਼ਿਆਂ ਦਾ ਮਾਮਲਾ ਬਹੁਤ ਸੈਂਸਿਟਿਵ ਮਾਮਲਾ ਹੈ, ਔਰ ਇਹ ਕਿਸੇ ਨਾ ਕਿਸੇ ਨਵੇਂ ਰਾਹ ਥਾਣੀ ਕੁਝ ਨਾ ਕੁਝ ਮਿਲਦਾ ਹੀ ਰਹਿੰਦਾ ਹੈ। ਖੈਰ, ਨਤੀਜੇ ਲਗਭਗ ਕਾਫੀ ਕਲੀਅਰ ਹੋਣ ਲੱਗ ਪਏ ਹੋਣਗੇ। ਤੁਸੀਂ ਲਓ ਸਵਾਦ, ਤੇ ਬਾਕੀ ਭਾਸਕਰ ਸਾਹਿਬ ਹੁਣ ਵੇਖਦੇ ਆ ਢੋਲ ਕਿੱਦਾਂ ਵੱਜਦੇ, ਭੰਗੜੇ ਕੌਣ ਪਾਉਂਦਾ, ਨਿਰਾਸ਼ਾ ਕਿੱਥੇ ਹੁੰਦੀ। ਵੈਸੇ ਪੋਲੀਟੀਕਲ ਬੰਦੇ ਬੜੇ ਹੀ ਵੱਡੇ ਫਰਾਖ ਦਿਲ ਹੁੰਦੇ ਆ, ਵੱਡੇ ਦਿਲ ਵਾਲੇ, ਕਦੇ ਹਾਰ ਕੇ ਵੀ ਹਾਰ ਨਹੀਂ ਮੰਨਦੇ। 100 ਬਹਾਨੇ ਉਹਨਾਂ ਕੋਲ ਹੋਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।